ਸਵਾਗਤ ਪੰਜਾਬ ਵਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮੇਘਾ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਸਵਾਗਤ ਕਰਦੀ ਹਾਂ। ਅੱਜ ਦੇ ਇਸ ਆਰੋਗ ਜੀਵਨ ਦੇ ਅੰਕ ਦੇ ਵਿੱਚ ਖਾਸ ਤੌਰ ਤੇ ਗੱਲ ਕਰਾਂਗੇ ਪ੍ਰੈਗਨੈਂਸੀ ਕੇਅਰ ਦੀ। ਜੇ ਤੁਸੀਂ ਵੀ ਮਾਂ बनना ਚਾਹੁੰਦੇ ਹੋ ਜਾਂ ਫਿਰ ਇਸ ਵੇਲੇ ਗੁੱਡ ਨਿਊਜ਼ ਆ ਚੁੱਕੀ ਹੈ ਤੇ ਖਾਸ ਪ੍ਰੋਗਰਾਮ ਤੁਹਾਡੇ ਲਈ ਹੈ। ਕਿੱਦਾਂ ਇਸ ਸਮੇਂ ਆਪਣੀ ਸੰਭਾਲ ਕਰਨੀ ਹੈ ਜਾਂ ਫਿਰ ਪਰਿਵਾਰ ਦੇ ਜਿਹੜੇ ਹੋਰ ਮੈਂਬਰਸ ਨੇ ਉਹ ਕਿਸ ਤਰ੍ਹਾਂ ਆਪਣੇ ਘਰ ਦੇ ਵਿੱਚ ਆਪਣੀ ਬੇਟੀ ਜਾਂ ਨੂੰ ਜੋ ਪ੍ਰੈਗਨੈਂਟ ਹੈ ਉਹਦੀ ਦੇਖਭਾਲ ਕਿੱਦਾਂ ਕਰ ਸਕਦੇ ਨੇ, ਇਹ ਸਾਰੀ ਗੱਲਬਾਤ ਅੱਜ ਕਰਾਂਗੇ। ਸਟੂਡੀਓ ਦੇ ਵਿੱਚ ਬਹੁਤ ਸਵਾਗਤ ਕਰਦੇ ਹਾਂ ਡਾਕਟਰ ਸੁਗੰਧਾ ਭਾਟੀਆ ਜੀ ਦਾ। नमस्कार मैम, थैंक यू वेरी मच फॉर इनवाइट। मैं डॉक्टर सुगंधा वर्किंग एज एम्ब्रोलॉजिस्ट एट शिवम फर्टिलिटी एंड IVF सेंटर कपूरथला चौंक जलंधर विच इज़ अ सिस्टर कंसर्न ऑफ सत्यम हॉस्पिटल एंड ट्रॉमा सेंटर आदर्श नगर जलंधर। जी मैम, शुरुआत करते हैं गलबात दी ते गल करांगे ਅੱਜ ਹਾਈ ਰਿਸਕ ਪ੍ਰੈਗਨੈਂਸੀ ਜਿਹੜੀ ਹੁੰਦੀ ਹੈ ਕੀ ਹੁੰਦੀ ਹੈ, ਹਾਈ ਰਿਸਕ ਪ੍ਰੈਗਨੈਂਸੀ ਕੀ ਪ੍ਰੋਬਲਮਸ ਵੱਖਰੀਆਂ ਆਉਂਦੀਆਂ ਨੇ, ਸਾਰੀਆਂ ਗੱਲਾਂ ਕਰਾਂਗੇ। ਤੇ ਸ਼ੁਰੂਆਤ ਇੱਥੋਂ ਕਰਦੇ ਹਾਂ ਕਿ ਸ਼ੂਗਰ ਦੀ ਪ੍ਰੋਬਲਮ ਕਈ ਵਾਰੀ ਪ੍ਰੈਗਨੈਂਸੀ ਦੇ ਵਿੱਚ ਆ ਜਾਂਦੀ ਹੈ। ਕਿਉਂ ਹੋ ਜਾਂਦੀ ਹੈ ਪ੍ਰੈਗਨੈਂਸੀ ਦੇ ਵਿੱਚ ਸ਼ੂਗਰ ਤੇ ਕਿੱਦਾਂ ਇਹਦਾ ਟ੍ਰੀਟਮੈਂਟ ਕੀਤਾ ਜਾਂਦਾ? ਮੈਮ ਹਾਈ ਰਿਸਕ ਦੇ ਵਿੱਚ 2-3 ਚਾਰ ਚੀਜ਼ਾਂ ਬਹੁਤ ਕਾਮਨ ਨੇ ਪ੍ਰੈਗਨੈਂਸੀ 'ਚ, ਜਿੱਦਾਂ ਸ਼ੂਗਰ, ਡਾਇਬਟੀਜ਼, थायराइड, हाई BP, और अगर पेशेंट बहुत ओबीस है या लाइकर बहुत ज़्यादा है, ये सब हाई रिस्क चाहते हैं। या ट्विन ट्रिपलेट प्रैगनेंसी जो कि IVF ਦੇ ਨਾਲ ਐਸੋਸੀਏਟ ਹੈ ਜਾਂ IUI ਦੇ ਨਾਲ ਐਸੋਸੀਏਟ ਹੈ, ਇਹ ਸਭ ਹਾਈ ਰਿਸਕ ਆਉਂਦੀ ਹੈ। and we are dealing at Shivam Fertility all kind of high risk obstetric care at this unit, and every kind of surgery like hysterectomies, myomectomies, any kind we are dealing with everything. We have the whole unit, the whole team with us. जी ਤੇ ਜੇ ਗੱਲ ਕਰੀਏ ਸ਼ੂਗਰ ਦੀ ਪ੍ਰੋਬਲਮ ਦੀ ਤੇ ਇਹ ਕਿਉਂ ਹੋ ਜਾਂਦੀ ਹੈ ਪ੍ਰੈਗਨੈਂਸੀ ਦੇ ਵਿੱਚ? ਸ਼ੂਗਰ ਤਾਂ ਹੁੰਦੀ ਹੈ ਜੇ ਪੇਸ਼ੈਂਟ ਦੇ ਮਤਲਬ ਜਿਵੇਂ ਪਿੱਛੇ ਫੈਮਿਲੀ ਦੇ ਵਿੱਚ ਮਦਰ ਫਾਦਰ ਜਾਂ ਗ੍ਰੈਂਡ ਪੇਰੈਂਟਸ ਡਾਇਬਟੀਜ਼ ਹੋਵੇ ਤੇ ਉਹ ਪੇਸ਼ੈਂਟ ਸਭ ਤੋਂ ਪਹਿਲਾਂ ਇਸ ਉਹਦੇ ਵਿੱਚ ਆਉਂਦੇ ਹੈ ਡਿਜ਼ੀਜ਼ ਦੇ ਵਿੱਚ, ਜਾਂ ਪੇਸ਼ੈਂਟ ਇਨਟੇਕ ਸ਼ੂਗਰ ਬਹੁਤ ਜ਼ਿਆਦਾ ਕਰੇ। ਜੀ ਤੇ ਕਈ ਵਾਰ ਪਹਿਲੇ ਸ਼ੂਗਰ ਨਹੀਂ ਹੁੰਦੀ ਹੈ ਨਾ, ਸਿਰਫ ਪ੍ਰੈਗਨੈਂਸੀ ਦੇ ਵਿੱਚ ਹੋ ਜਾਂਦੀ ਹੈ। ਕਿਉਂਕਿ ਜੇ ਸਾਡੇ ਪਿੱਛੇ ਫੈਮਿਲੀ ਦੇ ਵਿੱਚ ਸਾਡੀ ਸਭ ਤੋਂ ਪਹਿਲਾਂ ਇਹ ਹੁੰਦੀ ਕਿ ਅਸੀਂ ਪਹਿਲਾਂ ਹੀ ਪੁੱਛਦੇ ਹਾਂ ਪੇਸ਼ੈਂਟ ਨੂੰ ਕਿ ਤੁਹਾਡੇ ਪਿੱਛੇ ਕਿਸੇ ਨੂੰ ਸ਼ੂਗਰ ਤਾਂ ਨਹੀਂ ਹੈ। ਪੇਸ਼ੈਂਟ ਕਹਿ ਦੇਗਾ ਹਾਂਜੀ ਮੇਰੇ ਦਾਦੀ ਜੀ ਨੂੰ ਹੈ, ਮੇਰੇ ਮਦਰ ਨੂੰ ਹੈ, ਮੇਰੇ ਫਾਦਰ ਨੂੰ ਹੈ। these people are more prone to this diabetes in this ਪ੍ਰੈਗਨੈਂਸੀ ਫੇਜ਼। ਜੀ ਠੀਕ ਹੈ। ਫਿਰ ਜਿਹੜੇ ਹਾਈ ਰਿਸਕ ਡਾਇਬਟੀਜ਼ ਚਾਹੁੰਦੇ, ਫਿਰ ਇਹਨਾਂ ਨੂੰ ਸਾਡੀ ਸ਼ੂਗਰ ਕੰਟਰੋਲ ਕਰਨ ਵਾਸਤੇ ਸਾਨੂੰ ਇਹਨਾਂ ਨੂੰ ਇਨਸੂਲਿਨ ਤੇ ਜਾਂ ਐਂਡੋਕਰਾਈਨੋਲੋਜਿਸਟ ਦੀ ਹੈਲਪ ਨਾਲ ਲੈਣੀ ਪੈਂਦੀ ਹੈ ਥੋੜੀ ਜੀ, ਤਾਂ ਕਿ ਸ਼ੂਗਰ ਕੰਟਰੋਲ ਰਵੇ ਔਰ ਬੇਬੀ ਠੀਕ ਠਾਕ ਟਰਮ ਤੇ ਡਿਲੀਵਰ ਜਿਹੜਾ ਹੋ ਜਾਏ। ਤੇ ਜੇ ਪ੍ਰੈਗਨੈਂਸੀ ਦੇ ਵਿੱਚ ਸ਼ੂਗਰ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਇਹਦੇ ਵਿੱਚ ਮੈਡੀਸਿਨਸ ਵੀ ਕੁਝ ਲੈਣੀਆਂ ਪੈਂਦੀਆਂ? ਮੈਡੀਸਿਨਸ, ਜੇ ਮੈਡੀਸਿਨ ਨਾਲ ਪੇਸ਼ੈਂਟ ਕਵਰ ਅਪ ਕਰ ਜਾਂਦਾ ਸ਼ੂਗਰ ਨੂੰ, ਪਲੱਸ ਡਾਈਟ। ਜਿੱਦਾਂ ਡਾਈਟ, ਮਿੱਠਾ ਤਾਂ ਬਿਲਕੁਲ ਹੀ ਕੱਟ ਆਫ ਹੋ ਜਾਂਦਾ ਪੇਸ਼ੈਂਟ ਦਾ। ਆਲੂ, ਚਾਵਲ, ਗਾਜਰ, ਸਾਰੇ ਫਰੂਟਸ ਐਕਸੈਪਟ ਗਾਵਾ ਤੁਸੀਂ ਲੈ ਸਕਦੇ ਹੋ ਜਾਂ ਜਾਮੁਨ ਲੈ ਸਕਦੇ ਹੋ, ਹੋਰ ਇਸ ਤੋਂ ਇਲਾਵਾ ਕੋਈ ਫਰੂਟ ਨਹੀਂ ਲੈ ਸਕਦੇ। ਨੋ ਜੂਸਿਸ, ਨੋ ਬੇਕਰੀ ਆਈਟਮਸ, ਇਹ ਸਭ ਬੰਦ ਹੋ ਜਾਂਦਾ ਹੈ। ਫਿਰ ਪੇਸ਼ੈਂਟ ਕਹਿੰਦਾ ਹੁਣ ਮੇਰੇ ਕੋਲ ਆਪਸ਼ਨ ਕੀ ਹੈ? ਫਿਰ ਅਸੀਂ ਉਹਨੂੰ ਪ੍ਰੋਪਰ ਡਾਈਟ ਚਾਰਟ ਬਣਾ ਕੇ ਦਿੰਦੇ ਹਾਂ ਕਿ ਨਹੀਂ ਇਹ ਸਭ ਚੀਜ਼ਾਂ ਤੁਸੀਂ ਲਓ ਤਾਂ ਕਿ ਤੁਹਾਡੀ ਸ਼ੂਗਰ ਸ਼ੁੱਡ ਬੀ ਕੰਟਰੋਲ, ਤਾਂ ਕਿ ਬੱਚੇ ਤੇ ਕੋਈ ਕਿਸੇ ਵੀ ਤਰ੍ਹਾਂ ਦਾ ਸਾਨੂੰ ਇਫੈਕਟ ਦੇਖਣ ਨੂੰ ਨਾ ਮਿਲੇ। ਤੇ ਪ੍ਰੈਗਨੈਂਸੀ ਦੇ ਵਿੱਚ ਜੇ ਸ਼ੂਗਰ ਜ਼ਿਆਦਾ ਰਹਿੰਦੀ ਹੈ ਜਾਂ ਕੰਟਰੋਲ ਨਹੀਂ ਆਉਂਦੀ ਤੇ ਹੋਣ ਵਾਲੇ ਬੱਚੇ ਦੇ ਕੀ ਇਫੈਕਟ ਹੋ ਸਕਦੇ ਨੇ? ਮੈਮ ਉਹ ਬੱਚੇ ਫਿਰ ਥੋੜੇ ਆਪਣੇ ਮਤਲਬ ਅਹੈਡ ਜਾਂਦੇ ਹੈ, ਆਪਣੇ ਟਾਈਮ ਤੋਂ ਥੋੜਾ ਜਿਹਾ ਅੱਗੇ ਜਾਂਦੇ ਆ। ਪ੍ਰੀ ਮੈਚੁਰ ਡਿਲੀਵਰੀ ਦਾ ਰਿਸਕ ਜ਼ਿਆਦਾ ਰਹਿੰਦਾ ਹੈ ਇਹਨਾਂ ਕੇਸਿਸ ਦੇ ਵਿੱਚ, ਐਂਡ ਦੇ ਆਰ ਆਲਸੋ ਮੋਰ ਪ੍ਰੋਨ ਟੂ ਡਾਇਬਟਿਕ। ਅੱਛਾ, ਹਾਂ, ਮਤਲਬ ਚਾਂਸਸ ਹੁੰਦੇ ਨੇ। ਹਾਂਜੀ, ਮਦਰ ਤੋਂ ਫਿਰ ਉਹ ਲੈ ਲੈਂਦੇ ਆ ਜੇ ਮਦਰ ਦੀ ਸ਼ੂਗਰ ਕੰਟਰੋਲ ਨਹੀਂ ਹੁੰਦੀ। ਜੀ, ਤੇ ਫਿਰ ਇਹ ਚਾਂਸਸ ਹੁੰਦੇ ਨੇ ਕਿ ਬੱਚੇ ਨੂੰ ਵੀ ਸ਼ੂਗਰ ਹੋ ਸਕਦੀ ਹੈ। ਇਸ ਲਈ ਪਰਹੇਜ਼ ਤੇ ਮੈਡੀਸਿਨਸ ਇਹਦੇ ਤੇ ਫਿਰ ਜਿਹੜਾ ਪੇਸ਼ੈਂਟ ਨੂੰ ਟ੍ਰੀਟ ਕਰ ਦਿੱਤਾ ਜਾ ਸਕਦਾ ਹੈ। ਤੇ ਜੇ ਗੱਲ ਇਹ ਕਰੀਏ ਕਿ ਜਿਹੜੀ ਲੇਡੀ ਪ੍ਰੈਗਨੈਂਟ ਹੈ ਤੇ ਫਸਟ ਸਕੈਨਿੰਗ ਦੇ ਥਰੂ ਜਿੱਦਾਂ ਪਤਾ ਲੱਗਦਾ ਅਲਟਰਾਸਾਊਂਡ ਦੇ ਥਰੂ ਕਿ ਹੁਣ ਟਵਿਨਸ ਹੈ ਜਾਂ ਟ੍ਰਿਪਲੇਟਸ ਹੈ, ਤੇ ਇਹ ਵੀ ਸਿਚੁਏਸ਼ਨ ਇਦਾਂ ਦੀ ਹੁੰਦੀ ਹੈ ਕਿ ਬੜਾ ਮੈਂਟਲੀ ਜਿਹੜੀ ਪ੍ਰੈਗਨੈਂਟ ਲੇਡੀ ਹੁੰਦੀ ਹੈ ਉਹਨੂੰ ਹੁੰਦਾ ਹੈ ਕਿ 2 ਬੱਚੇ ਜਾਂ 3 ਬੱਚੇ ਅੰਦਰ ਕਿੱਦਾਂ ਕੈਰੀ ਕਰਨੇ ਆ, ਮੈਨੂੰ ਬਹੁਤ ਕੰਪਲਿਕੇਸ਼ਨਸ ਆਉਣਗੀਆਂ, ਤੇ ਕਿੱਦਾਂ ਉਹਨਾਂ ਦੀ ਦੇਖਭਾਲ ਸੁਜੈਸਟ ਕੀਤਾ ਜਾਂਦਾ? ਇਹ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨਾ, ਇਹ ਜਦੋਂ ਅਸੀਂ ਕੋਈ ART ਪ੍ਰੋਸੀਜਰ ਕਰਦੇ ਹਾਂ ਜ਼ਿਆਦਾ ਤਾਂ ਵੈਸੇ ਉਹਦੇ ਵਿੱਚ ਹੀ ਦੇਖਣ ਨੂੰ ਮਿਲਦੀਆਂ, ਰੂਟੀਨ ਤਾਂ ਬਹੁਤ ਘੱਟ ਹੁੰਦੀ ਹੈ। ਵੀ ਜਿੱਦਾਂ IUI ਕੀਤਾ ਤਾਂ ਟਵਿਨ ਆ ਗਏ, ਜਾਂ IVF ਕਿਸੇ ਨੇ ਕਰਵਾਇਆ 3 ਐਮਬ੍ਰਿਓ ਰਖਵਾਏ ਤਾਂ ਤਿੰਨੋਂ ਹੀ ਪੋਜ਼ਿਟਿਵ ਆ ਗਏ। ਠੀਕ ਹੈ। ਇਹਦੇ ਵਿੱਚ ਫਿਰ ਵਹੀ ਫੈਮਿਲੀ ਦੀ ਸਪੋਰਟ, ਪੇਸ਼ੈਂਟ ਦੀ ਡਾਈਟ,
ਪੇਸ਼ੈਂਟ ਨੂੰ ਕਾਉਂਸਲਿੰਗ, ਮਤਲਬ ਇਹ ਸਭ ਚੀਜ਼ਾਂ ਫਸਟ ਸਕੈਨ ਤੇ ਜਦੋਂ ਆ ਜਾਂਦਾ ਤੇ ਫਿਰ ਸਾਨੂੰ ਉਹਨਾਂ ਦੇ ਮਤਲਬ ਕਾਫੀ ਉਹਨਾਂ ਨੂੰ ਸਾਨੂੰ ਕਾਉਂਸਲਿੰਗ ਕਰਕੇ ਚੱਲਣਾ ਪੈਂਦਾ ਕਿ ਕੋਈ ਗੱਲ ਨਹੀਂ, ਟਵਿਨਸ ਹੈ, ਕੋਈ ਗੱਲ ਨਹੀਂ, ਤੁਹਾਡੀ ਫੈਮਿਲੀ ਕੰਪਲੀਟ ਹੋ ਜਾਏਗੀ ਵਨ ਗੋ ਦੇ ਵਿੱਚ। ਮਤਲਬ ਮਦਰ ਔਰ ਪੇਰੈਂਟਸ ਨੂੰ ਵੀ ਦੱਸਣਾ ਪੈਂਦਾ ਕਿ ਤੁਹਾਡੀ ਸਪੋਰਟ ਜ਼ਿਆਦਾ ਲੱਗੇਗੀ, ਇਹ ਸੁਪਰ ਮੌਮ ਹੈ ਹੁਣ ਵੀ ਇਹਨੂੰ 2 ਬੱਚੇ ਪਾਲਣੇ ਪੈਣੇ ਆ, ਇਹਨੂੰ ਤਾਂ ਚਲੋ ਲੱਗੇਗੀ, ਤੁਸੀਂ ਜ਼ਿਆਦਾ ਇਹਦੀ ਹੈਲਪ ਕਰਨੀ ਤਾਂ ਹੀ ਇਹ ਬੱਚੇ ਮਤਲਬ ਪ੍ਰੋਪਰਲੀ ਕੈਰੀ ਕਰ ਪਾਏਗੀ। ਔਰ ਅਗਰ ਪ੍ਰੀ ਮੈਚਿਓਰ ਡਿਲੀਵਰੀ ਹੋ ਜਾਂਦੀ ਹੈ ਫਿਰ ਥੋੜਾ ਜਿਹਾ ਰਹਿੰਦਾ, ਕਿਉਂਕਿ ਇਹਨਾਂ ਕੇਸਿਸ 'ਚ 26 to 28 30 ਵੀਕਸ ਤੇ ਡਿਲੀਵਰੀ ਹੋਣ ਦੇ ਚਾਂਸਸ ਰਹਿੰਦੇ ਆ। ਜੀ ਤੇ ਫਿਰ ਉਹਨਾਂ ਨੂੰ ਸਾਨੂੰ ਪਹਿਲਾਂ ਹੀ ਦੱਸ ਦਿੰਦੇ ਹਾਂ ਅਸੀਂ ਕਿ ਵੀ ਨਹੀਂ ਤੁਸੀਂ ਇਦਾਂ ਚਲੋ, ਜੇ ਡਿਲੀਵਰੀ ਹੁੰਦੀ ਤਾਂ ਬੱਚੇ ਨਿੱਕੂ 'ਚ ਜਾਣਗੇ। ਮਤਲਬ ਫੈਮਿਲੀ ਸਪੋਰਟ ਇਜ਼ ਐਟ ਐਵਰੀ ਲੈਵਲ, ਚਾਹੇ ਤੁਸੀਂ ਪ੍ਰੈਗਨੈਂਸੀ 'ਚ ਚਲੇ ਜਾਓ, ਚਾਹੇ ਤੁਸੀਂ ਇਨਫਰਟਿਲਿਟੀ ਟ੍ਰੀਟਮੈਂਟ ਚਲੇ ਜਾਓ, ਚਾਹੇ ਤੁਸੀਂ ਕਿਸੇ ਸਰਜਰੀ ਪਾਰਟ 'ਚ ਚਲੇ ਜਾਓ। ਬਿਲਕੁਲ ਠੀਕ। ਮਤਲਬ ਫੈਮਿਲੀ ਸਪੋਰਟ ਇਜ਼ ਐਟ ਨੰਬਰ 1। ਬਿਲਕੁਲ। ਜੇ ਤੁਹਾਡੀ ਫੈਮਿਲੀ 100% ਸਪੋਰਟਿਵ ਹੈ ਤਾਂ ਤੁਸੀਂ ਕੋਈ ਵੀ ਰਸਤਾ ਬਹੁਤ ਈਜ਼ੀਲੀ ਆਪਣਾ ਮਤਲਬ ਕੱਢ ਸਕਦੇ ਬਿਲਕੁਲ। ਤੇ ਜਿਸ ਤਰ੍ਹਾਂ ਟਵਿਨਸ ਤਾਂ ਫਿਰ ਵੀ ਕਾਮਨ ਹੈ, ਅਸੀਂ ਸੁਣਨ ਦੇ ਵਿੱਚ ਆਉਂਦੇ ਨੇ, ਹੁੰਦੇ ਨੇ ਕਈ ਵਾਰ ਟ੍ਰਿਪਲੇਟਸ ਜਦੋਂ ਹੁੰਦੇ ਨੇ ਉਦੋਂ ਜ਼ਿਆਦਾਤਰ ਬੈੱਡ ਰੈਸਟ ਫਿਰ ਦੱਸਿਆ ਜਾਂਦਾ। ਨਹੀਂ ਮੈਮ, ਜ਼ਿਆਦਾ ਬੈੱਡ ਰੈਸਟ ਨਹੀਂ ਹੁੰਦਾ ਟ੍ਰਿਪਲੇਟਸ ਦੇ ਵਿੱਚ। ਪੇਸ਼ੈਂਟ ਆਪਣਾ ਘਰ ਦਾ ਹਲਕਾ ਫੁਲਕਾ ਕੰਮ ਕਰ ਸਕਦੇ ਆ, ਅੱਜ ਕੱਲ ਕੰਮ ਵੈਸੇ ਹੀ ਹੈ ਨਹੀਂ, ਕਿਚਨ ਦਾ ਹੁੰਦਾ ਉਹ ਅਲਾਓ ਹੁੰਦਾ, ਐਦਾਂ ਨਹੀਂ ਹੈ ਕੁਝ। ਅਸੀਂ IVF ਤੋਂ ਬਾਅਦ ਵੀ ਇਵਨ ਰਿਕਮੈਂਡ ਨਹੀਂ ਕਰਦੇ ਕਿਸੇ ਨੂੰ ਬੈੱਡ ਰੈਸਟ, ਕਦੀ ਨਹੀਂ ਰਿਕਮੈਂਡ ਕਰਦੇ। ਪੇਸ਼ੈਂਟ ਸਾਡੇ ਕੋਲੋਂ ਕਰਵਾ ਕੇ ਟ੍ਰਾਂਸਫਰ ਕਰਵਾ ਕੇ IVF ਦਾ ਪੇਸ਼ੈਂਟ ਵੈਂਟ ਅਬਰੋਡ, ਉੱਥੋਂ ਜਾ ਕੇ ਉਹ ਰਿਜ਼ਲਟ ਦਿੰਦੇ ਆ ਸਾਨੂੰ ਕਿ ਸਾਡਾ ਪੋਜ਼ਿਟਿਵ ਆ ਗਿਆ, ਦੇਖੋ ਕਿੱਥੋਂ ਫਲਾਈਟ ਚੜ੍ਹਨੀ ਜਾਣਾ। ਮਤਲਬ ਅੱਜ ਕੱਲ ਬੈੱਡ ਰੈਸਟ ਇਜ਼ ਨਾਟ ਰਿਕਮੈਂਡਡ। IVF ਕਰਦੇ ਸਾਰ ਤੁਸੀਂ ਘੰਟੇ ਬਾਅਦ ਪੇਸ਼ੈਂਟ ਭੇਜ ਦਿਓ ਚਾਹੇ ਘਰ, ਕੋਈ ਪ੍ਰੋਬਲਮ ਨਹੀਂ, ਉਹਦੇ 'ਚ ਕੋਈ ਪ੍ਰੋਬਲਮ ਜਿਹੜੀ ਨਹੀਂ ਹੁੰਦੀ। ਕਿਉਂਕਿ ਆਮ ਤੌਰ ਤੇ ਧਾਰਨਾ ਬਣੀ ਹੁੰਦੀ ਹੈ ਨਾ ਕਿ ਆਮ ਤੌਰ ਤੇ ਘਰ ਦੇ ਹੀ ਕਹਿ ਦਿੰਦੇ ਕਿ ਡਾਕਟਰ ਨੇ ਬੈੱਡ ਰੈਸਟ ਦੱਸ ਦੇਣਾ, ਜਾਂ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈ ਜਿੱਦਾਂ ਕੋਈ ਬਲੀਡਿੰਗ ਹੈ, ਸਪੌਟਿੰਗ ਹੈ ਫਸਟ ਟ੍ਰਾਈਮੈਸਟਰ 'ਚ, ਉਹ ਫਿਰ ਪ੍ਰੋਬਲਮ ਹੈ, ਫਿਰ ਅਸੀਂ ਕਹਿੰਦੇ ਕਿ ਨਹੀਂ ਤੁਸੀਂ ਬੈੱਡ ਰੈਸਟ ਕਰਾਓ। ਜੀ 11 ਵੀਕਸ ਤੱਕ ਕਰਾਓ ਵੀ ਜਿੱਦਾਂ ਮਰਜ਼ੀ। ਬਿਲਕੁਲ। ਤੇ ਇੱਕ ਹੋਰ ਜਿਹੜੀ ਸਮੱਸਿਆ ਆਉਂਦੀ ਕਿ ਲੇਡੀਜ਼ ਦੀ ਸਵੈਲਿੰਗ ਕਈ ਵਾਰੀ ਕਾਫੀ ਹੋ ਜਾਂਦੀ ਹੈ, ਪੈਰਾਂ ਦੇ ਵਿੱਚ ਕਾਫੀ ਸਵੈਲਿੰਗ ਹੋ ਜਾਂਦੀ ਹੈ, ਉਹਦੇ ਕੀ ਰੀਜ਼ਨ ਹੋ ਸਕਦੇ ਨੇ? ਸਭ ਤੋਂ ਵੱਡਾ ਰੀਜ਼ਨ ਅਨੀਮੀਆ, ਨੰਬਰ 1, ਨੰਬਰ 2 ਹਾਈ BP। ਠੀਕ ਹੈ, ਜਾਂ ਯੂਰਿਨ ਦੇ ਵਿੱਚ ਪ੍ਰੋਟੀਨ ਅਨੀਮੀਆ ਆਉਣਾ ਸ਼ੁਰੂ ਹੋ ਜਾਂਦਾ ਤਾਂ ਇਹ ਪ੍ਰੋਬਲਮ ਆਉਂਦੀ ਹੈ। HB ਜਿਹੜਾ ਹੈ ਲੇਡੀ ਦਾ, ਉਹ ਹੋਲ ਥਰੂ ਆਊਟ ਪ੍ਰੈਗਨੈਂਸੀ ਸ਼ੁੱਡ ਬੀ 11 12, ਕਿਉਂਕਿ HB ਡਿਲਿਊਟ ਹੁੰਦਾ, HB ਘਟਦਾ ਹੀ ਘਟਦਾ ਹੈ। ਤੇ ਡਾਈਟ ਔਰ ਮੈਡੀਸਨ, ਇਹ 2 ਚੀਜ਼ਾਂ ਮਤਲਬ ਲੇਡੀ ਨੂੰ ਹੁੰਦੀ ਕਿ ਲੈਣੀਆਂ ਹੀ ਲੈਣੀਆਂ, ਨਹੀਂ ਤਾਂ ਅਸੀਂ ਬਲੱਡ ਚੜਾਉਣਾ ਰਿਕਮੈਂਡ ਨਹੀਂ ਕਰਦੇ, ਅਸੀਂ ਫਿਰ ਆਇਰਨ ਡ੍ਰਿਪਸ ਲਗਾ ਕੇ ਉਹਦਾ HB ਪੂਰਾ ਕਰਦੇ ਹਾਂ, ਕਿਉਂਕਿ ਲਾਸ ਹੋਣਾ ਹੀ ਹੋਣਾ ਡਿਲੀਵਰੀ ਤੋਂ ਬਾਅਦ ਵੀ, ਚਾਹੇ ਨਾਰਮਲ ਡਿਲੀਵਰੀ ਹੋਏ ਚਾਹੇ ਉਹ ਸਿਜ਼ੇਰੀਅਨ ਹੋਏ, ਬਲੱਡ ਲਾਸ ਤਾਂ ਹੈ ਹੀ ਹੈ। ਤੇ HB ਸ਼ੁੱਡ ਬੀ ਕੰਪਲੀਟਡ, ਨਹੀਂ ਤਾਂ ਫਿਰ ਪੈਰਾਂ ਤੇ ਸਵੈਲਿੰਗ ਆਏਗੀ ਜਾਂ ਫਿਰ BP ਵਧੇਗਾ। BP ਵਾਲਾ ਪੇਸ਼ੈਂਟ ਵੀ ਫਿਰ ਮਤਲਬ ਟੈਬਲੇਟਸ ਤੇ BP ਕੰਟਰੋਲ, ਨਮਕ ਬੰਦ, ਇਹ ਸਭ ਚੀਜ਼ਾਂ ਮਤਲਬ ਹੁਣ ਕਰਨੀਆਂ ਪੈਂਦੀਆਂ ਤਾਂ ਫਿਰ BP ਠੀਕ ਹੈ, BP ਜਿਹੜਾ ਠੀਕ ਹੋ ਜਾਂਦਾ। ਤੇ ਜਿਨ੍ਹਾਂ ਨੂੰ ਲੋ BP ਦੀ ਪ੍ਰੋਬਲਮ ਰਹਿੰਦੀ ਹੈ ਉਹ ਵੀ ਹਾਈ ਰਿਸਕ ਦੇ ਵਿੱਚ ਆ ਜਾਂਦੇ? ਲੋ BP ਵਾਲੇ ਕਦੀ ਹਾਈ ਰਿਸਕ 'ਚ ਨਹੀਂ ਆਉਂਦੇ। ਜੀ ਹਾਈ BP ਵਾਲੇ ਹਾਈ ਰਿਸਕ, ਜਿਹੜੇ ਹਾਈ ਰਿਸਕ 'ਚ ਆਉਂਦੇ ਨੇ। ਤੇ ਜਿਨ੍ਹਾਂ ਨੂੰ ਲੋ BP ਦੀ ਪ੍ਰੋਬਲਮ ਹੈ ਉਹ ਘਰ ਦੇ ਵਿੱਚ ਆਪਣੇ ਹੀ ਕੇਅਰ ਕਰ ਸਕਦੇ। ਡਾਈਟ ਦੇ ਵਿੱਚ ਜਿੱਦਾਂ ਨਮਕ ਥੋੜਾ ਜ਼ਿਆਦਾ ਲੈ ਲਿਆ, ਥੋੜਾ ਉੱਪਰੋਂ ਪਾ ਕੇ ਲੈ ਲਿਆ, ਕਾਫੀ ਇਨਟੇਕ ਕਰ ਲਈ 1 ਕੱਪ ਇਨ ਅ ਡੇ, ਥੋੜੇ ਨਟਸ ਲੈ ਲਏ, ਉਹਦੇ ਨਾਲ BP ਹੋ ਜਾਂਦਾ ਹੈ, ਉਹਦੇ ਨਾਲ ਜਿਹੜਾ BP ਹੈ ਉਹ ਕੰਟਰੋਲ ਦੇ ਵਿੱਚ ਹੋ ਜਾਂਦਾ ਹੈ। ਤੇ ਉਹਨਾਂ ਲੇਡੀਜ਼ ਦੀ ਗੱਲ ਕਰੀਏ ਜਿਹੜੇ ਕਿ ਇੱਕ ਪਾਰਟਿਕੂਲਰ ਏਜ ਤੋਂ ਬਾਅਦ ਕਨਸੀਵ ਜਿਨ੍ਹਾਂ ਨੇ ਕੀਤਾ ਹੈ, 30 ਪਲੱਸ ਦੀ ਜੇ ਅਸੀਂ ਗੱਲ ਕਰਦੇ ਹਾਂ 35 ਪਲੱਸ ਦੀ, ਤੇ ਉਹਨਾਂ ਦੇ ਵਿੱਚ ਹਾਈ ਰਿਸਕ ਵੱਧ ਜਾਂਦਾ ਹੈ। 35 ਪਲੱਸ ਵਾਲਿਆਂ ਤੋਂ ਬਾਅਦ ਮੈਮ ਹਾਈ ਰਿਸਕ ਵੱਧ ਜਾਂਦਾ ਹੈ ਜੀ, ਚਾਹੇ ਉਹ IVF ਕਰਵਾਉਣ, ਚਾਹੇ ਉਹ ਨੈਚੁਰਲ ਪ੍ਰੈਗਨੈਂਟ ਹੋਣ, ਚਾਹੇ ਕੁਝ ਵੀ ਮਤਲਬ ਕਿਸੇ ਵੀ ਟ੍ਰੀਟਮੈਂਟ ਦੇ ਥਰੂ ਉਹ ਪ੍ਰੈਗਨੈਂਟ ਹੋਣ, ਚਾਹੇ ਨੈਚੁਰਲ ਹੋ ਕੇ ਆਉਣ ਸਾਡੇ ਕੋਲ, ਉਹਨਾਂ 'ਚ ਇਹ ਰਿਸਕ ਰਹਿੰਦਾ ਹੀ ਰਹਿੰਦਾ ਆਲ ਦਾ ਟਾਈਮਿੰਗ। ਪੇਸ਼ੈਂਟ ਠੀਕ ਵੀ ਚਲੇ ਜਾਂਦੇ, ਇੱਦਾਂ ਦੀ ਗੱਲ ਨਹੀਂ ਹੈ, ਬਟ ਕੁਝ ਪੇਸ਼ੈਂਟਸ ਹੁਣ ਕਈਆਂ ਨੂੰ ਪਹਿਲੇ ਹੀ ਸ਼ੂਗਰ ਦੀ ਪ੍ਰੋਬਲਮ ਹੁੰਦੀ, ਉਹ ਫਿਰ ਹੋਰ ਹੋ ਜਾਣੀ ਹੈ। BP ਪਹਿਲਾਂ ਹੀ ਹੁੰਦਾ, ਕਈਆਂ ਨੂੰ ਟੈਬਲੇਟ ਖਾਂਦੇ ਆ, ਉਹ ਫਿਰ ਕ੍ਰੋਨਿਕ ਜੈਸਟੇਸ਼ਨਲ ਹਾਈਪਰਟੈਂਸ਼ਨ 'ਚ ਚਲੇ ਜਾਂਦੇ ਆ। ਸਾਡੇ ਨਾਲ ਥਾਇਰਾਇਡ ਤਾਂ ਹੈ ਹੀ ਹੈ ਸਾਡੇ ਕੋਲ, ਥਾਇਰਾਇਡ ਤਾਂ ਹਰ 10 ਚੋਂ 8 ਲੇਡੀਜ਼ ਨੂੰ ਪ੍ਰੈਗਨੈਂਟ ਨੂੰ ਆ ਹੀ ਰਿਹਾ ਜੀ। ਫਿਰ ਉਹ ਆਫਟਰ ਡਿਲੀਵਰੀ ਠੀਕ ਹੋ ਜਾਂਦਾ, ਆਫਟਰ ਡਿਲੀਵਰੀ ਉਹ ਆਪਣੇ ਆਪ ਤੋਂ ਬਾਅਦ ਠੀਕ ਹੋ ਜਾਂਦਾ ਜੀ। ਤੇ ਜਿੱਦਾਂ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਨੇ ਪ੍ਰੈਗਨੈਂਸੀ ਜਿਨ੍ਹਾਂ ਨੂੰ ਹੈ, ਤੇ ਕਿਹੜੀਆਂ ਮੈਡੀਸਿਨ ਜਿਹੜੀਆਂ ਫਸਟ ਟ੍ਰਾਈਮੈਸਟਰ ਦੇ ਵਿੱਚ ਸਟਾਰਟ ਕੀਤੀਆਂ ਜਾਂਦੀਆਂ? ਫਸਟ ਟ੍ਰਾਈਮੈਸਟਰ 'ਚ ਮੈਮ ਫੋਲਿਕ ਐਸਿਡ ਇਜ਼ ਦਾ ਮੇਨ, ਜਿਹੜੀ ਕਿ 5 ਮਿਲੀਗ੍ਰਾਮ ਜਾਂ 400 mcg ਅਸੀਂ ਉਹਨਾਂ ਨੂੰ ਰਿਕਮੈਂਡ ਕਰਦੇ, ਜਿਹਦੇ ਨਾਲ ਫੀਟਸ ਨੂੰ ਜਿੱਦਾਂ ਸਪਾਈਨਾ ਬਾਈਫਿਡਾ ਜਾਂ ਕੋਈ ਵੀ ਸਪਾਈਨ ਦੀ ਪ੍ਰੋਬਲਮ ਹੈ ਉਹ ਨਹੀਂ ਹੁੰਦੀ। ਜਾਂ ਜਿਹੜੇ ਪੇਸ਼ੈਂਟ ਸਾਡੇ ਕੋਲ ਪ੍ਰੀ ਨੇਟਲ ਜਾਂ ਪ੍ਰੀ
ਉਹਦੇ ਵਾਸਤੇ ਆ ਰਹੇ ਪ੍ਰੀ ਕਾਉਂਸਲਿੰਗ ਵਾਸਤੇ, ਉਹਨਾਂ ਨੂੰ ਵੀ ਅਸੀਂ ਰਿਕਮੈਂਡ ਕਰਦੇ ਕਿ ਜੇ ਹੁਣ ਤੁਸੀਂ ਟਰਾਈ ਕਰਨਾ ਸ਼ੁਰੂ ਕੀਤਾ ਤਾਂ ਤੁਸੀਂ 3 ਮਹੀਨੇ ਫੋਲਿਕ ਐਸਿਡ ਜ਼ਰੂਰ ਲਓ। ਠੀਕ ਹੈ, ਉਹਦੇ ਨਾਲ ਕਾਫੀ ਹੈਲਪ ਹੋ ਜਾਂਦੀ ਹੈ। ਫਸਟ ਟ੍ਰਾਈਮੈਸਟਰ 'ਚ ਫੋਲਿਕ ਐਸਿਡ ਜਾਂ ਹਾਈ ਰਿਸਕ ART ਪ੍ਰੈਗਨੈਂਸੀ ਹੈ ਤੇ ਫਿਰ ਉਹਨੂੰ ਪ੍ਰੋਪਰ ਪ੍ਰੋਜੈਸਟਰੋਨ ਸਪੋਰਟ ਐਂਡ ਐਵਰੀਥਿੰਗ। ਸੈਕਿੰਡ ਟ੍ਰਾਈਮੈਸਟਰ ਔਨਵਰਡਸ ਅਸੀਂ ਆਇਰਨ, ਕੈਲਸ਼ੀਅਮ, ਪ੍ਰੋਟੀਨ ਪਾਊਡਰ ਤੇ ਜ਼ਿਆਦਾ ਜ਼ੋਰ ਦਿੰਦੇ ਹਾਂ, ਨਾਲ ਨਾਲ ਐਕਸਰਸਾਈਜ਼ we recommend them ਕਿ yoga ਵੀ ਕਰ ਸਕਦੇ ਹੋ ਤੁਸੀਂ, exercise ਵੀ ਕਰ ਸਕਦੇ ਹੋ, which will help them to have a normal delivery। ਔਰ ਅਗਰ patient high risk ਤੇ ਹੈ ਫਿਰ ਜ਼ਿਆਦਾ ਤਾਂ patient ਉਹ cesareans 'ਚ ਲੈਂਡ ਅਪ ਕਰਦੇ ਹੈ, normal ਘੱਟ ਹੁੰਦਾ ਉਹਨਾਂ ਦੇ ਵਿੱਚ। ਜੀ ਬਿਲਕੁਲ ਠੀਕ। ਤੇ ਕਈਆਂ ਨੂੰ ਵੋਮਿਟਿੰਗਸ ਦੀ ਪ੍ਰੋਬਲਮ ਵੀ ਫਸਟ ਟ੍ਰਾਈਮੈਸਟਰ ਦੇ ਵਿੱਚ ਹੋ ਜਾਂਦੀ ਹੈ ਤੇ ਕਈਆਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ, ਕੁਝ ਵੀ ਡਾਈਜੈਸਟ ਨਹੀਂ ਹੁੰਦਾ, ਕਿ ਉਹ ਵੀ ਹਾਈ ਰਿਸਕ ਦੇ ਵਿੱਚ ਆ ਜਾਂਦੇ ਫਿਰ? ਨਹੀਂ, ਇਹ ਸਿੰਪਟਮਸ ਕਾਮਨ ਹੈਗੇ ਹੈ। ਮਤਲਬ ਇਹਨੂੰ ਅਸੀਂ ਜਿਨ੍ਹਾਂ ਨੂੰ ਹਾਈ ਜ਼ਿਆਦਾ ਵੋਮਿਟਿੰਗਸ ਆਉਂਦੀਆਂ ਉਹਨੂੰ ਅਸੀਂ ਹਾਈਪਰਐਮਸਿਸ ਗ੍ਰੈਵਿਡੇਰਮ ਕਹਿੰਦੇ ਆ। ਇਹ ਡਿਊ ਟੂ ਇਨਕਰੀਜ਼ ਇਨ ਦਾ ਲੈਵਲ ਆਫ ਹਾਰਮੋਨਸ ਇਨ ਆਵਰ ਬੋਡੀ। ਜਦੋਂ ਅਸੀਂ ਪ੍ਰੈਗਨੈਂਟ ਹੁੰਦੇ ਆ ਤਾਂ ਇਹ ਚੀਜ਼ਾਂ ਹੁੰਦੀਆਂ ਜੀ। ਉਹ ਮੈਡੀਸਨ ਨਾਲ ਕੰਟਰੋਲੇਬਲ ਹੈ, ਇਹੋ ਜੀ ਕੋਈ ਗੱਲ ਨਹੀਂ। ਜਦੋਂ 12 ਵੀਕਸ ਹੋ ਜਾਂਦੇ ਖਤਮ ਹੋ ਜਾਂਦੀ ਹੈ ਜੀ। ਤੇ ਇੱਕ ਹੋਰ ਗੱਲ ਜਿਹੜੀ ਸੁਣਨ ਦੇ ਵਿੱਚ ਆਉਂਦੀ ਹੈ ਉਹ ਆਂਦੀ ਕਈ ਵਾਰੀ ਜਿਹੜੀ ਫੀਮੇਲਸ ਹੈ ਉਹਨਾਂ ਨੂੰ ਪ੍ਰੈਗਨੈਂਸੀ ਦੇ ਵਿੱਚ ਕਈ ਤਰ੍ਹਾਂ ਦੀ ਪ੍ਰੋਬਲਮ, ਸਟ੍ਰੈਸ ਬਹੁਤ ਜ਼ਿਆਦਾ ਹੋਣ ਕਰਕੇ, ਟੈਨਸ਼ਨ ਹੋਣ ਕਰਕੇ ਡਿਪਰੈਸ਼ਨ ਦੀ ਪ੍ਰੋਬਲਮ ਆਉਂਦੀ ਹੈ ਵੀ ਹੋ ਜਾਂਦੀ ਹੈ। ਬਹੁਤ ਸਾਰੇ ਪੇਸ਼ੈਂਟਸ ਤੁਹਾਡੇ ਕੋਲ ਇਦਾਂ ਦੇ ਆਉਂਦੇ ਹੋਣਗੇ, ਉਹਨਾਂ ਨੂੰ ਕਿੱਦਾਂ ਕਾਉਂਸਲਿੰਗ ਤੇ ਟ੍ਰੀਟਮੈਂਟ ਕੀਤਾ ਜਾਂਦਾ? ਮੈਮ ਉਹਨਾਂ ਨੂੰ ਸਭ ਤੋਂ ਪਹਿਲਾਂ ਫਿਰ ਫੈਮਿਲੀ ਸਪੋਰਟ, ਸਭ ਤੋਂ ਪਹਿਲਾਂ ਫੈਮਿਲੀ ਸਪੋਰਟ। ਸੈਕੰਡਲੀ ਉਹਨਾਂ ਨੂੰ ਫਿਰ ਸਮਝਾਉਣਾ ਪੈਂਦਾ ਕਿ ਦੇਖੋ ਇਹ ਡਿਲੀਵਰੀ ਹੋਈ ਹੈ, ਹੁਣ ਇਹਨੇ ਬੇਬੀ ਨੂੰ ਵੀ ਦੇਖਣਾ ਹੈ, ਇਹਨੇ ਆਪਣੇ ਆਪ ਨੂੰ ਵੀ ਦੇਖਣਾ ਹੈ, ਪੇਸ਼ੈਂਟ ਬਲੀਡ ਵੀ ਕਰ ਰਿਹਾ ਹੈ ਆਫਟਰ 9 months ਆਫ ਦਿਸ ਟਾਈਮ। ਤੇ ਵੀ ਫੈਮਿਲੀ ਨੂੰ ਉਹਦੀ ਬਹੁਤ ਜ਼ਿਆਦਾ ਹੈਲਪ ਦੀ ਲੋੜ ਹੈ। ਸੈਕੰਡਲੀ ਐਂਟੀਸਾਈਕੋਟਿਕ ਡਰੱਗਸ ਜੋ ਕਿ ਅਸੀਂ ਰਿਕਮੈਂਡ ਕਰਦੇ ਹਾਂ ਸਾਈਕੈਟਰਿਸਟ ਨੂੰ ਪੁੱਛ ਕੇ ਜਾਂ ਸਾਈਕੈਟਰਿਸਟ ਨੂੰ ਹੀ ਦੱਸ ਦਿੰਦੇ ਹਾਂ। ਫਿਰ ਉਹ ਫੈਮਿਲੀ ਦੇ ਨਾਲ ਬੈਠ ਕੇ ਉਹ ਸਾਰੀ ਫੈਮਿਲੀ ਦੀ ਕਾਉਂਸਲਿੰਗ ਅਲੱਗ ਹੁੰਦੀ ਹੈ, ਪੇਸ਼ੈਂਟ ਦੀ ਕਾਉਂਸਲਿੰਗ ਅਲੱਗ ਹੁੰਦੀ ਹੈ। ਹੁੰਦੇ ਆ ਪੇਸ਼ੈਂਟ ਜਿਹੜੇ ਡਿਪਰੈਸ਼ਨ 'ਚ ਜਾਂਦੇ ਆ ਆਫਟਰ ਡਿਲੀਵਰੀ। ਜੀ ਹੁੰਦੇ ਆ, ਤੇ ਫੈਮਿਲੀ ਸਪੋਰਟ ਦੇ ਨਾਲ ਤੇ ਮੈਡੀਸਿਨਸ ਦੇ ਨਾਲ ਉਹ ਠੀਕ ਹੋ ਜਾਂਦੇ। ਇਹਦੇ ਨਾਲ ਹੀ ਹੋਰ ਕਾਮਨ ਪ੍ਰੋਬਲਮਸ ਨੇ ਕਈ, ਜਿੱਦਾਂ ਹਾਰਟਬਰਨ ਦੀ ਪ੍ਰੋਬਲਮ ਹੋ ਜਾਂਦੀ ਹੈ ਨਾ, ਹਾਰਟਬਰਨ ਦੀ ਪ੍ਰੋਬਲਮ ਲੈ ਕੇ ਇਹਦੇ ਲਈ ਕੀ ਕੀਤਾ ਜਾ ਸਕਦਾ? ਇਹਦੇ ਲਈ ਤਾਂ ਡਾਈਟ ਹੀ ਹੈ ਹਾਰਟਬਰਨ ਲਈ ਤਾਂ। ਮਤਲਬ ਤੁਸੀਂ ਬਹੁਤ ਜ਼ਿਆਦਾ ਤਿੱਖਾ ਖਾਣਾ ਔਰ ਬਹੁਤ ਜ਼ਿਆਦਾ ਮਤਲਬ ਜੋ ਵੀ ਹੈ ਪ੍ਰੈਗਨੈਂਸੀ ਕ੍ਰੇਵਿੰਗਸ ਜਿੱਦਾਂ ਹੁੰਦੀਆਂ ਉਹ ਨਾ ਹੀ ਲਿੱਤੀਆਂ ਜਾਣ ਤਾਂ ਬੈਟਰ ਹੈ। ਘਰ 'ਚ ਬਣਾ ਕੇ ਖਾਓ ਜੋ ਮਰਜ਼ੀ, ਬਾਹਰ ਦਾ ਅਸੀਂ ਰਿਕਮੈਂਡ ਘੱਟ ਹੀ ਕਰਦੇ ਹਾਂ। ਜੀ ਹਾਰਟਬਰਨ ਹੋਏਗਾ, ਫਿਰ ਪੇਸ਼ੈਂਟ ਵੋਮਿਟਿੰਗ ਕਰਦਾ ਹੈ, ਫਿਰ ਉਹ ਬਹੁਤ ਪ੍ਰੋਬਲਮਸ ਹੈ। ਇਸ ਕਰਕੇ ਅਸੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਘਰ ਬਣਾ ਲਓ, ਬੇਸ਼ੱਕ ਚਾਟ ਬਣਾ ਲਓ, ਗੁਲਗੱਪੇ ਬਣਾ ਲਓ, ਪਰ ਘਰ ਬਣਾਓ, ਬਾਹਰ ਦੇ ਨਹੀਂ ਖਾਓ, ਕੋਈ ਪ੍ਰੋਬਲਮ ਨਹੀਂ। ਤੇ ਜਿਸ ਤਰ੍ਹਾਂ ਕਰੰਟ ਮਾਹੌਲ ਚੱਲ ਰਿਹਾ ਹੈ, ਕਰੋਨਾ ਦਾ ਟਾਈਮ ਜਿੱਦਾਂ ਹੈ ਤੇ ਕੋਵਿਡ ਦੇ ਟਾਈਮ ਦੇ ਵਿੱਚ ਪ੍ਰੈਗਨੈਂਟ ਜਿਹੜੀ ਲੇਡੀਜ਼ ਹੈ ਉਹਨਾਂ ਨੂੰ ਕਿੱਦਾਂ ਐਕਸਟਰਾ ਕੇਅਰ ਕਰਨੀ ਚਾਹੀਦੀ ਹੈ, ਕੀ ਕੇਅਰ ਕਰ ਸਕਦੇ? ਮੈਮ ਕੋਵਿਡ ਦੇ ਟਾਈਮ ਦੇ ਵਿੱਚ ਇੱਕ ਤਾਂ ਪੇਸ਼ੈਂਟ ਨੂੰ ਵੈਕਸੀਨੇਸ਼ਨ ਜ਼ਰੂਰੀ ਹੈ, ਬੋਥ ਦਾ ਡੋਜ਼ਸ। ਮਤਲਬ ਜੇ ਕੋਈ ਲੇਡੀ ਪ੍ਰੈਗਨੈਂਟ ਹੈ ਤੇ ਉਹ ਇਹ ਕੋਵਿਡ ਦੀ ਡੋਜ਼ਸ ਲੈ ਸਕਦੀ ਹੈ? ਯੈਸ ਮੈਮ, ਹਾਂ ਲੈ ਸਕਦੀ ਹੈ, ਕੋਈ ਪ੍ਰੋਬਲਮ ਨਹੀਂ ਹੈ। ਜਾਂ ਜੇ ਹੁਣ ਜਿਵੇਂ ਕੋਈ ਮਤਲਬ ਨਹੀਂ ਲੈਣਾ ਚਾਹੁੰਦਾ ਤਾਂ ਫਿਰ ਉਹ ਪੋਸਟ ਡਿਲੀਵਰੀ 6 ਵੀਕਸ ਤੋਂ ਬਾਅਦ ਡਿਊਰਿੰਗ ਲੈਕਟੇਸ਼ਨ ਲੈ ਸਕਦੀ ਹੈ। ਐਂਡ ਇਟਸ ਅ ਮਸਟ। ਲੋਕਾਂ 'ਚ ਮਿਥ ਹੈ ਕਿ ਪਤਾ ਨਹੀਂ ਟੀਕਾ ਗਰਮ ਹੈ, ਕੁਝ ਹੋ ਜਾਏਗਾ, ਪਰ ਐਦਾਂ ਕੁਝ ਨਹੀਂ ਹੈ। ਗਾਈਡਲਾਈਨਸ ਹੈਗੀਆਂ, ਆ ਗਈਆਂ ਫੌਕਸੀ ਦੀਆਂ, ਕਿ ਜਿਹਦੇ ਹਿਸਾਬ ਨਾਲ ਤੁਸੀਂ ਇਹ ਲੈ ਸਕਦੇ ਹੋ, ਕੋਈ ਪ੍ਰੋਬਲਮ ਜਿਹੜੀ ਉਹ ਨਹੀਂ ਹੋਏਗੀ, ਬਲਕਿ ਇਹ ਤੁਹਾਡੇ ਬੈਨੀਫਿਟ ਵਾਸਤੇ ਹੈ। ਕਿਉਂਕਿ ਅਗਰ ਕੋਵਿਡ ਹੋ ਜਾਂਦਾ ਪ੍ਰੈਗਨੈਂਸੀ 'ਚ, ਉਹ ਬੱਚੇ ਤੇ ਮਾਂ ਦੋਨਾਂ ਵਾਸਤੇ ਨੁਕਸਾਨਦਾਇਕ ਹੈ। ਠੀਕ ਹੈ, ਉਹ ਤੋਂ ਬਚਣ ਵਾਸਤੇ ਹੀ ਵੈਕਸੀਨ ਆਈ ਹੈ। तो लगवान आई थिंक कोई हर्ज नहीं है, लगवानी चाहिए। जी कहते हैं प्रिवेंशन इज बेटर देन क्योर, है ना। ते जे तुसी प्रेगनेंसी दे विच भी कोविड ਦੀਆਂ ਵੈਕਸੀਨੇਸ਼ਨ ਡੋਜ਼ਸ ਲਗਵਾਉਂਦੇ ਹੋ ਤਾਂ ਪੂਰੀ ਤਰ੍ਹਾਂ ਸੇਫ ਨੇ। ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ। ਡਾਕਟਰ ਸੁਗੰਧਾ ਭਾਟੀਆ ਜੀ ਸ਼ਿਵਮ ਫਰਟੀਲਿਟੀ ਐਂਡ IVF ਸੈਂਟਰ ਤੋਂ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ। ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਹਾਈ ਰਿਸਕ ਪ੍ਰੈਗਨੈਂਸੀਜ਼ ਬਾਰੇ, ਇਹਨਾਂ ਤੋਂ ਜਾਣ ਰਹੇ ਹਾਂ ਤੇ ਨਾਲ ਪ੍ਰੈਗਨੈਂਸੀ ਦੇ ਵਿੱਚ ਹੋਣ ਵਾਲੀ ਆਮ ਜਿਹੜੀ ਸਮੱਸਿਆਵਾਂ ਨੇ ਉਹਨਾਂ ਬਾਰੇ ਵੀ ਜਾਣ ਰਹੇ ਹਾਂ। ਤੇ ਡਾਕਟਰ ਸਾਹਿਬ, ਕਈ
ਲੇਡੀਜ਼ ਤੁਹਾਨੂੰ ਆ ਕੇ ਕਹਿੰਦੀਆਂ ਹੋਣਗੀਆਂ ਕਿ ਸਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਹੈ ਨਾ, ਪ੍ਰੈਗਨੈਂਸੀ ਦੇ ਵਿੱਚ ਖਾਸ ਤੌਰ ਤੇ, ਹੈ ਨਾ, ਸੁੱਤਾ ਨਹੀਂ ਜਾਂਦਾ, ਸਾਊਂਡ ਸਲੀਪ ਨਹੀਂ ਆਉਂਦੀ, ਤੇ ਕੀ ਇਸ ਵੇਲੇ ਨੀਂਦ ਦੀ ਕੋਈ ਟੈਬਲੇਟ ਰეკਮੈਂਡ ਕੀਤੀ ਜਾਂਦੀ ਹੈ? ਮੈਮ ਇਹ ਜਿਹੜੀ ਪ੍ਰੋਬਲਮ ਹੁੰਦੀ ਨਾ, ਇਹ ਹੁੰਦੀ 3rd ਟ੍ਰਾਈਮੈਸਟਰ 'ਚ। ਅੱਛਾ। ਇਹ ਨੇਚਰ ਹੈ ਨਾ, ਨੇਚਰ ਜਿਹੜੀ ਹੈ ਨਾ, ਉਹਨੇ ਪਹਿਲਾਂ ਹੀ ਲੇਡੀ ਇਸ ਤਰ੍ਹਾਂ ਦੀ ਬਣਾਈ ਹੈ ਕਿ ਜਦੋਂ 9th ਲੱਗਣਾ ਹੈ ਨਾ, ਲੇਡੀ ਦੀ ਨੀਂਦ ਉੱਡ ਜਾਂਦੀ ਹੈ, ਕਿਉਂਕਿ ਆਫਟਰ ਡਿਲੀਵਰੀ ਤੁਹਾਨੂੰ ਜਾਗਣਾ ਪੈਣਾ ਬੱਚੇ ਨਾਲ, ਇਸ ਲਈ ਨੇਚਰ ਪਹਿਲਾਂ ਹੀ ਤੁਹਾਨੂੰ ਤਿਆਰ ਕਰਦੀ ਹੈ ਕਿ ਵੀ ਤੁਸੀਂ 1 ਮਹੀਨਾ 9th ਜਦੋਂ ਲੱਗ ਗਿਆ ਤੁਹਾਨੂੰ, ਵੀ ਤੁਸੀਂ ਰੈਡੀ ਹੋ ਵੀ ਕੱਲ ਨੂੰ ਤੁਸੀਂ ਬੇਬੀ ਨਾਲ ਤੁਸੀਂ ਸੌ ਨਹੀਂ ਸਕਦੇ ਫਿਰ। ਪਰ ਕਿਸੇ ਨੂੰ ਬਹੁਤ ਅਰਲੀ 3rd ਟ੍ਰਾਈਮੈਸਟਰ 'ਚ ਵੀ ਸ਼ੁਰੂ ਹੋ ਜਾਂਦੀਆਂ ਪ੍ਰੋਬਲਮਸ, ਅਸੀਂ ਦੇ ਸਕਦੇ ਹਾਂ ਉਹਨਾਂ ਨੂੰ ਮੈਡੀਸਿਨ, ਸੇਫ ਮੈਡੀਸਿਨਸ ਹੈਗੀਆਂ ਜਿਹਦੇ ਨਾਲ ਸਾਊਂਡ ਸਲੀਪ ਆ ਜਾਂਦੀ ਹੈ। ਪਰ ਇਹ ਮੈਡੀਸਿਨਸ ਉਦੋਂ ਲੈਣੀ ਹੈ ਜਦੋਂ ਕੋਈ ਡਾਕਟਰ ਰეკਮੈਂਡ ਕਰੇ, ਆਪਣੇ ਆਪ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਇਹਦੇ ਵਿੱਚ। ਬਿਲਕੁਲ ਤੁਸੀਂ ਠੀਕ ਕਿਹਾ। ਤੇ ਇਹਦੇ ਨਾਲ ਹੀ ਮਾਈਗ੍ਰੇਨ ਦੀ ਸਮੱਸਿਆ ਵੀ ਮੈਂ ਕਈਆਂ ਨੂੰ ਸੁਣਿਆ ਕਿ ਮਾਈਗ੍ਰੇਨ ਦੀ ਪ੍ਰੋਬਲਮ ਵੀ ਇਹ ਕਿਉਂ ਹੋ ਜਾਂਦੀ ਹੈ ਪ੍ਰੈਗਨੈਂਸੀ ਦੇ ਵਿੱਚ ਖਾਸ ਤੌਰ ਤੇ? ਮਾਈਗ੍ਰੇਨ ਮੈਮ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਉਹੀ ਹੈ, ਸਟ੍ਰੈਸ ਹੀ ਹੈ, ਠੀਕ ਹੈ। ਦੂਸਰਾ ਇਹ ਹੈ ਕਿ ਕਈਆਂ ਨੂੰ ਪਹਿਲੇ ਹੀ ਮਾਈਗ੍ਰੇਨ ਚੱਲਦਾ ਹੁੰਦਾ ਬਿਫੋਰ ਕੰਸੈਪਸ਼ਨ, ਤੇ ਉਹ ਫਿਰ ਜਦੋਂ 1st ਟ੍ਰਾਈਮੈਸਟਰ ਹੁੰਦਾ ਹੈ, ਕੁਝ ਇਨਕਰੀਜ਼ ਲੈਵਲ ਆਫ ਹਾਰਮੋਨਸ ਦੇ ਕਰਕੇ, ਕੁਝ ਉਹਦੇ ਨਾਲ, ਜਾਂ ਪ੍ਰੀਵੀਅਸ ਜਿਹੜੀ ਚਲਦੀ ਹੁੰਦੀ ਹੈ ਪ੍ਰੋਬਲਮ, ਉਹ ਦੋਨੋਂ ਇਕੱਠੀਆਂ ਐਸੋਸੀਏਟ ਹੋ ਜਾਂਦੀਆਂ। ਕਿਸੇ ਨੂੰ ਵੋਮਿਟਿੰਗ ਵੀ ਆਉਂਦੀ ਹੈ 1st ਟ੍ਰਾਈਮੈਸਟਰ 'ਚ 8 ਵੀਕਸ ਤੋਂ ਬਾਅਦ, ਉਹ ਕਹਿੰਦੇ ਸਾਨੂੰ ਮਾਈਗ੍ਰੇਨ ਹੈ, ਪਰ ਉਹ ਮਾਈਗ੍ਰੇਨ ਨਹੀਂ ਹੁੰਦਾ, ਉਹ ਪ੍ਰੈਗਨੈਂਸੀ ਦੇ ਸਿੰਪਟਮਸ ਹੁੰਦੇ ਆ ਜੀ। ਤੇ ਜਨਰਲੀ ਵੈਸੇ ਪੇਸ਼ੈਂਟ 1st ਟ੍ਰਾਈਮੈਸਟਰ ਤੋਂ ਬਾਅਦ ਇਹ ਖਤਮ ਹੋ ਜਾਂਦੀਆਂ ਮਾਈਗ੍ਰੇਨਸ ਜੀ। ਅੱਛਾ, 1st ਟ੍ਰਾਈਮੈਸਟਰ ਤੱਕ ਰਹਿੰਦੀਆਂ ਨੇ, ਉਸ ਤੋਂ ਬਾਅਦ ਜਿਹੜੀ ਇਹ ਪ੍ਰੋਬਲਮਸ ਹੈ ਆਮ ਤੌਰ ਤੇ ਵੋਮਿਟਿੰਗਸ ਦੀ ਅਸੀਂ ਗੱਲ ਕਰ ਰਹੇ, ਉਹ ਵੀ 1st ਟ੍ਰਾਈਮੈਸਟਰ ਤੋਂ ਬਾਅਦ ਜਿਹੜੀ ਖਤਮ ਹੋ ਜਾਂਦੀ ਹੈ। ਉਹ ਵੀ ਪੀਕ ਟਾਈਮ ਜਿਹੜਾ ਹੈ ਉਹ 8 to 11 ਵੀਕਸ ਹੈ, ਬਸ ਇਸ ਤੋਂ ਜ਼ਿਆਦਾ ਨਹੀਂ ਹੈ ਜੀ। ਮਤਲਬ 2nd ਮੰਥ ਕੰਪਲੀਟ ਤੋਂ ਲੈ ਕੇ 3rd ਤੱਕ, ਉਹਦੇ ਦੌਰਾਨ, ਉਸ ਤੋਂ ਬਾਅਦ ਇਹ ਪ੍ਰੋਬਲਮ ਹੌਲੀ ਹੌਲੀ ਠੀਕ ਹੁੰਦੀ ਜਾਂਦੀ ਹੈ। ਤੇ ਇਸ ਤੋਂ ਇਲਾਵਾ ਵੀ ਕਈ ਇਦਾਂ ਦੀ ਪ੍ਰੋਬਲਮ, ਜਿਸ ਤਰ੍ਹਾਂ ਕਈ ਲੇਡੀਜ਼ ਤੁਹਾਨੂੰ ਆ ਕੇ ਕਹਿੰਦੀਆਂ ਹੋਣਗੀਆਂ ਕਿ ਦਰਦ ਮਹਿਸੂਸ ਹੁੰਦਾ ਹੈ ਪੇਟ ਦੇ ਵਿੱਚ, ਕਿਸੇ ਹਿੱਸੇ ਦੇ ਵਿੱਚ ਦਰਦ ਦਾ ਮਹਿਸੂਸ ਹੋਣਾ 2nd ਟ੍ਰਾਈਮੈਸਟਰ ਜਾਂ 3rd ਟ੍ਰਾਈਮੈਸਟਰ ਦੇ ਵਿੱਚ, ਇਹ ਨਾਰਮਲ ਮੰਨਿਆ ਜਾਏਗਾ? ਇਹ ਨਾਰਮਲ ਨਹੀਂ, ਇਹਦੇ ਵਾਸਤੇ ਜਿਹੜੀ ਪੇਨ ਹੈ, ਪੇਨ ਦਾ ਰੀਜ਼ਨ ਦੇਖਣਾ ਪੈਂਦਾ ਹੈ ਵੀ ਕਈ ਵਾਰ ਤਾਂ ਦੇਖੋ ਯੂਟਰਸ ਥੋੜਾ ਐਨਲਾਰਜ ਹੋ ਰਿਹਾ, ਥੋੜੀ ਸਟ੍ਰੈਚਨਿੰਗ ਹੁੰਦੀ ਹੈ, ਸਟ੍ਰੈਚਨਿੰਗ ਪੇਨ ਤਾਂ ਕਾਮਨ ਹੈ, ਹੋਏਗੀ ਚਲੀ ਜਾਏਗੀ। ਸੈਕੰਡਲੀ ਐਸਿਡਿਟੀ ਹੈ ਤਾਂ ਵੀ ਪੇਨ ਹੋਣੀ ਹੈ ਥੋੜੀ ਜਿਹੀ ਤੁਹਾਨੂੰ। ਥਰਡਲੀ UTI, ਯੂਰਿਨ ਇਨਫੈਕਸ਼ਨ ਹੋਏਗੀ ਤਾਂ ਪੇਸ਼ੈਂਟ ਨੂੰ ਪੇਨ ਹੋਏਗੀ ਜੀ। ਫਿਰ ਉਹ ਸਿੰਪਟਮਸ ਦੇ ਹਿਸਾਬ ਨਾਲ ਹੁੰਦਾ ਹੈ ਸਾਰਾ ਉਹ। ਪਰ ਜੇ ਸਟ੍ਰੈਚਨਿੰਗ ਪੇਨ ਹੈ ਤਾਂ ਉਹ ਫਿਰ ਉਹਨੂੰ ਕਾਉਂਸਲਿੰਗ ਕਰਨੀ ਪੈਂਦੀ ਕਿ ਕੋਈ ਗੱਲ ਨਹੀਂ, ਯੂਟਰਸ ਆਪਣੇ ਸਾਈਜ਼ ਥੋੜਾ ਵੱਡਾ ਹੋ ਰਿਹਾ ਤੇ ਤੁਸੀਂ ਇਹਨੂੰ ਨਾਰਮਲ ਲੈ ਕੇ ਚੱਲੋ, ਵੀ ਇਹਦੇ 'ਚ ਕੋਈ ਮੈਡੀਸਨ ਨਹੀਂ ਅਸੀਂ ਰਿਕਮੈਂਡ ਕਰਨੀ ਤੁਹਾਨੂੰ ਜੀ। ਔਰ ਪ੍ਰੈਗਨੈਂਸੀ 'ਚ ਖਾਸ ਤੌਰ ਤੇ ਪੇਸ਼ੈਂਟ ਨੂੰ ਅਸੀਂ ਐਡਵਾਈਸ ਕਰਦੇ ਕਿ ਤੁਸੀਂ ਕੋਈ ਵੀ ਮੈਡੀਸਨ ਬਿਨਾਂ ਗਾਇਨਾਕੋਲੋਜਿਸਟ ਦੀ ਰੈਫਰੈਂਸ ਤੋਂ ਬਗੈਰ ਤੁਸੀਂ ਨਹੀਂ ਲੈਣੀ ਕਿਸੇ ਵੀ ਕੈਮਿਸਟ ਤੋਂ ਜੀ, ਕਿ ਕੱਲ ਨੂੰ ਕੋਈ ਸਾਈਡ ਇਫੈਕਟ ਆ ਗਿਆ ਤੇ ਫਿਰ ਮੁਸ਼ਕਿਲ ਹੋ ਜਾਏਗੀ। ਬਿਲਕੁਲ ਤੁਸੀਂ ਠੀਕ ਕਿਹਾ। ਤੇ UTI ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਤੇ UTI ਦੀ ਜਿਹੜੀ ਪ੍ਰੋਬਲਮ ਹੈ ਕਿ ਉਹਦੇ ਕਾਰਨ ਵੀ ਰਿਸਕ ਬਣ ਸਕਦਾ? ਯੈਸ ਮੈਮ, UTI ਲੇਡੀਜ਼ ਦੇ ਵਿੱਚ ਬਹੁਤ ਕਾਮਨ ਹੈ, ਠੀਕ ਹੈ। ਘੱਟ ਪਾਣੀ ਪੀਣਾ, ਜਾਂ ਆਪਣੀ ਹਾਈਜੀਨ ਅੱਛੀ ਨਾ ਰੱਖਣੀ, ਠੀਕ ਹੈ, ਜਾਂ ਯੂਰਿਨ ਪਾਸ ਕਰਦੇ ਸਮੇਂ ਤੁਹਾਨੂੰ ਬਹੁਤ ਜ਼ਿਆਦਾ ਪੇਨ ਹੈ ਔਰ ਬਰਨਿੰਗ ਹੈ, ਤੇ ਇਮੀਡੀਏਟਲੀ ਤੁਹਾਨੂੰ ਕੰਟੈਕਟ ਕਰਨਾ ਪਏਗਾ, ਕਿਉਂਕਿ UTI ਅਗਰ ਇੱਕ ਵਾਰੀ ਤੁਹਾਡੀ ਕਿਡਨੀ ਤੱਕ ਪਹੁੰਚ ਗਈ ਨਾ ਤੇ ਫਿਰ ਕਿਡਨੀ ਹੀ ਜਾਏਗੀ। ਤੇ ਇਸ ਲਈ ਇਹ ਸਿੰਪਟਮਸ ਮਤਲਬ ਇਗਨੋਰ ਨਹੀਂ ਕਰਨੇ ਚਾਹੀਦੇ, ਚਾਹੇ ਪ੍ਰੈਗਨੈਂਟ ਹੋ, ਚਾਹੇ ਨॉन ਪ੍ਰੈਗਨੈਂਟ ਹੋ, ਚਾਹੇ ਐਲਡਰਲੀ ਹੋ, ਜੋ ਵੀ ਹੈ। ਬਾਰ-ਬਾਰ ਯੂਰਿਨ ਆਣਾ ਇਹ ਵੀ ਸਿੰਪਟਮ ਹੈ ਇਹਦਾ, ਬਾਰ-ਬਾਰ ਯੂਰਿਨ ਆਣਾ ਉਹਦਾ ਸਿੰਪਟਮ ਹੈ। ਤੇ ਜੇ ਪ੍ਰੈਗਨੈਂਸੀ ਦੇ ਵਿੱਚ ਖਾਸ ਤੌਰ ਤੇ ਸਿੰਪਟਮ ਸਾਨੂੰ ਆ ਰਿਹਾ ਤੇ ਮੈਡੀਸਿਨਸ ਦੇ ਨਾਲ, ਫਿਰ ਮੈਡੀਸਿਨਸ ਦੇ ਨਾਲ ਹੀ ਐਵਰੀਥਿੰਗ ਜਿਹੜਾ ਟ੍ਰੀਟਮੈਂਟ ਹੈ ਉਹ ਮੈਡੀਸਿਨਸ ਦੇ ਨਾਲ ਕੀਤਾ ਜਾਂਦਾ ਹੈ। ਤੇ એનર્ਜੀ ਲੈਵਲ ਵੀ ਜਿਹੜਾ ਹੈ ਉਹ ਕਈ ਲੋ ਹੋ ਜਾਂਦਾ ਪ੍ਰੈਗਨੈਂਸੀ ਦੇ ਵਿੱਚ, ਜਾਂ ਫਿਰ ਕਈ ਲੇਡੀਜ਼ ਇਹ ਸ਼ਿਕਾਇਤ ਕਰਦੀਆਂ ਕਿ ਨੀਂਦ ਬਹੁਤ ਆਉਂਦੀ ਹੈ, ਅਸੀਂ ਤਾਂ ਸੁੱਤੇ ਰਹਿੰਦੇ ਹਾਂ। ਇਹ ਜਿਹੜੀ ਨੀਂਦ ਬਹੁਤ ਆਉਂਦੀ ਹੈ ਉਹੀ ਫਿਰ ਹਾਈ increase in the level of progesterone hormone basically, ਕਿਉਂਕਿ ਪ੍ਰੈਗਨੈਂਸੀ ਸਾਡਾ ਪ੍ਰੋਜੈਸਟਰੋਨ ਵੱਧ ਜਾਂਦਾ ਹੈ, ਇਸ ਕਰਕੇ ਪੇਸ਼ੈਂਟ ਨੂੰ ਸਲੀਪੀਨੈਸ ਜ਼ਿਆਦਾ, ਘਬਰਾਹਟ, ਮਤਲਬ ਥੋੜਾ ਖੁੱਲਾ ਰਹਿਣ ਦੀ, ਉਹ ਕਿ ਥੋੜੀ ਮੈਂ ਹਵਾ 'ਚ ਰਵਾਂ ਥੋੜੀ ਜੀ, ਥੋੜਾ ਨੌਜ਼ੀਆ, ਇਹ ਸਭ 1st ਟ੍ਰਾਈਮੈਸਟਰ ਦੇ ਛੋਟੇ ਛੋਟੇ ਸਿੰਪਟਮਸ ਹੈਗੇ ਹੈ। ਕੀ ਨਾਮ, ਬਰਨਿੰਗ ਹੈ ਜਾਂ ਗੈਸਟਰਾਈਟਿਸ ਹੈ, ਥੋੜੇ ਖਾਲੀ ਡਕਾਰ ਆ ਰਹੇ, ਇਹ ਸਭ 11 ਵੀਕਸ ਤੱਕ ਦੇ ਸਿੰਪਟਮ ਹੈਗੇ ਜੀ। ਉਸ ਤੋਂ ਬਾਅਦ ਹੌਲੀ ਹੌਲੀ ਇਹ ਚਲੇ ਜਾਂਦੇ ਨੇ। ਇਹ ਬੜੇ ਆਮ ਸਿੰਪਟਮਸ ਹੈ, ਇਹਨਾਂ ਲਈ ਵਰੀ ਦੀ ਨਹੀਂ ਹੁੰਦੀ ਜ਼ਰੂਰਤ ਜਿਹੜੀ ਉਹ ਨਹੀਂ ਹੁੰਦੀ। ਇਸੇ ਤਰ੍ਹਾਂ ਪਿੱਠ ਦਰਦ ਦੀ ਸਮੱਸਿਆ ਹੈ ਨਾ, ਇਹ ਵੀ ਬੜੀ ਕਾਮਨ ਹੈ। ਆਮ ਤੌਰ ਤੇ ਲੇਡੀਜ਼ ਜਿਹੜੀਆਂ ਆ ਕੇ ਕਹਿੰਦੀਆਂ ਹੋਣਗੀਆਂ ਪ੍ਰੈਗਨੈਂਸੀ ਦੇ ਵਿੱਚ ਪਿੱਠ ਦੇ ਵਿੱਚ ਦਰਦ ਰਹਿੰਦਾ ਹੈ, ਤੇ ਉਹਨਾਂ ਨੂੰ ਮੈਡੀਸਿਨ ਦਿੱਤੀ ਜਾਂਦੀ ਹੈ? ਉਹਨਾਂ ਵਾਸਤੇ ਕੈਲਸ਼ੀਅਮ ਇਨਟੇਕ ਹੀ ਜ਼ਿਆਦਾ ਹੁੰਦਾ ਹੈ ਬੇਸਿਕਲੀ, ਜਾਂ ਮਿਲਕ ਤੇ ਮਿਲਕ ਪ੍ਰੋਡਕਟਸ ਜ਼ਿਆਦਾ ਅਸੀਂ ਰਿਕਮੈਂਡ ਕਰਦੇ ਹਾਂ।
ਕਈ ਲੋਕਾਂ 'ਚ ਮਿੱਥ ਹੈ ਕਿ ਬਹੁਤ ਮੈਂ ਸੁਣਦੀ ਹਾਂ ਕਿ ਪੋਸਟ ਸਿਜ਼ੇਰੀਅਨ ਕਿ ਸਾਨੂੰ ਪਿੱਠ ਵਾਲਾ ਟੀਕਾ ਲੱਗਾ ਸਾਡੇ ਦਰਦ ਹੈ, ਜਦ ਕਿ ਇਹ ਬਿਲਕੁਲ ਮਿੱਥ ਹੈ। ਬਿਲਕੁਲ ਮਿੱਥ। ਪੋਸਟ ਸਿਜ਼ੇਰੀਅਨ ਦੇ ਵਿੱਚ ਕਦੀ ਵੀ ਬੈਕ ਏਕ ਨਹੀਂ ਹੁੰਦੀ। ਸਾਡਾ ਜਿਹੜਾ ਸਿਟਿੰਗ ਪੋਸਚਰ ਹੈ ਐਟ ਦਾ ਟਾਈਮ ਆਫ ਫੀਡਿੰਗ, ਕਿਉਂਕਿ ਮਦਰ ਫੀਡ ਕਰ ਰਹੀ ਹੈ, ਜੇ ਮਦਰ ਬੈੱਡ ਤੇ ਬੈਠ ਕੇ ਫੀਡ ਕਰੇਗੀ ਤੇ ਉਹਦੇ ਬੈਕ ਏਕ ਹੋਏਗੀ ਹੋਏਗੀ। ਔਰ ਸਪਾਈਨਲ ਇੰਜੈਕਸ਼ਨ ਕਦੀ ਵੀ ਨਹੀਂ ਦੁਖਦਾ, ਕਦੀ ਵੀ ਨਹੀਂ। ਇਟਸ ਮਾਈ ਗਾਰੰਟੀ, ਕਦੀ ਨਹੀਂ ਦੁਖਦਾ। ਔਰ ਸੈਕਿੰਡਲੀ ਜੋ ਜਿਹੜੀ ਵੀ ਲੇਡੀ ਪੋਸਟਨੇਟਲ ਹੈ ਫੀਡ ਕਰਾ ਰਹੀ ਹੈ ਉਹਨੂੰ ਘੱਟੋ ਘੱਟ 1 ਸਾਲ ਕੈਲਸ਼ੀਅਮ ਜ਼ਰੂਰ ਖਾਣਾ ਚਾਹੀਦਾ ਹੈ, ਕਿਉਂਕਿ ਉਹਦੇ ਮਿਲਕ ਤੋਂ ਹੀ ਬੱਚੇ ਨੇ ਵੱਡੇ ਹੋਣਾ ਹੈ। ਔਰ ਜਦੋਂ ਲੇਡੀ ਨੇ ਮੀਨੋਪੌਜ਼ ਤੱਕ ਪਹੁੰਚਣਾ ਹੈ ਤੇ ਫਿਰ ਜਿਹੜੀ ਉਹ ਕੈਲਸ਼ੀਅਮ ਡਿਪੋਜੀਸ਼ਨ ਉਹਨੇ ਉਸ 1 ਸਾਲ 'ਚ ਕੀਤੀ ਹੈ ਉਦੋਂ ਉਹਨੂੰ ਹੈਲਪ ਮਿਲੇਗੀ, ਨਹੀਂ ਤਾਂ ਫਿਰ ਹੱਡੀਆਂ ਬ੍ਰਿਟਲ ਹੋਣਗੀਆਂ ਐਟ ਦਾ ਟਾਈਮ ਆਫ ਮੀਨੋਪੌਜ਼। ਮਤਲਬ ਇਹ ਬਹੁਤ ਜ਼ਰੂਰੀ ਹੈ। ਪੇਸ਼ੈਂਟਸ ਖਾਂਦੇ ਨਹੀਂ ਹੈ। ਅਸੀਂ ਹਰ ਪੇਸ਼ੈਂਟ ਆਪਣੇ ਪੋਸਟਨੇਟਲ ਨੂੰ ਰਿਕਮੈਂਡ ਕਰਦੇ ਹਾਂ ਕਿ ਤੁਸੀਂ 1 ਸਾਲ ਕੈਲਸ਼ੀਅਮ ਜ਼ਰੂਰ ਖਾਣਾ ਹੈ। ਬਿਲਕੁਲ ਨਹੀਂ ਤੁਸੀਂ ਮਿਸ ਕਰਨਾ ਕਿ ਸੋਚੋ ਮੈਂ ਦਵਾਈ ਖਾ ਰਹੀ, ਦਵਾਈ ਨਹੀਂ ਖਾ ਰਹੀ, ਤੁਸੀਂ ਡਾਈਟ ਖਾ ਰਹੇ ਹੋ ਆਪਣੇ ਆਉਣ ਵਾਲੇ ਟਾਈਮ ਵਾਸਤੇ। ਜੀ ਮਤਲਬ ਕੈਲਸ਼ੀਅਮ ਇਨਟੇਕ ਜਿਹੜੀ ਹੈ ਮਸਟ ਹੈ। ਹੁਣ ਸਾਡੇ ਮਦਰਸ ਨੇ ਕੈਲਸ਼ੀਅਮ ਨਹੀਂ ਖਾਦਾ ਪੁਰਾਣੇ ਟਾਈਮ 'ਚ, ਅਸੀਂ ਖਾਦਾ ਹੈ। ਠੀਕ ਹੈ, ਸਾਨੂੰ ਪਤਾ ਅਸੀਂ ਖਾਦਾ ਹੈ, ਇਸ ਲਈ ਅਸੀਂ ਮਤਲਬ ਪੇਸ਼ੈਂਟਸ ਨੂੰ ਰਿਕਮੈਂਡ ਕਰਦੇ ਕਿ ਤੁਸੀਂ ਜ਼ਰੂਰ ਖਾਓ। ਇਹ ਬਹੁਤ ਜ਼ਰੂਰੀ ਹੈ ਜੀ, ਕੈਲਸ਼ੀਅਮ ਇਨਟੇਕ ਇਨ ਦਾ ਪੋਸਟਨੇਟਲ ਪੀਰੀਅਡ ਜੀ। ਤੇ ਇਸੇ ਤਰ੍ਹਾਂ ਜੇ ਕੈਲਸ਼ੀਅਮ ਦੀ ਗੱਲ ਕਰ ਰਹੇ ਹਾਂ ਤਾਂ 40 ਪਲੱਸ ਜਿਹੜੀ ਲੇਡੀਜ਼ ਹੈ ਕਿ ਉਹਨਾਂ ਨੂੰ ਰეკਮੈਂਡ ਕੈਲਸ਼ੀਅਮ ਇਜ਼ ਮਸਟ ਐਟ ਦਾ 40 ਤੋਂ ਬਾਅਦ। ਕੈਲਸ਼ੀਅਮ, ਵਿਟਾਮਿਨ D3, ਮਲਟੀ ਵਿਟਾਮਿਨ, ਵਿਟਾਮਿਨ E, ਚਾਹੇ ਤੁਸੀਂ 10 ਡੇਜ਼ ਦੇ ਉਹਦੇ ਤੇ ਲਓ ਪਰ ਲਓ ਜ਼ਰੂਰ। ਬਹੁਤ ਜ਼ਰੂਰੀ ਹੋ ਜਾਂਦੀ ਹੈ, ਜ਼ਰੂਰੀ ਚੀਜ਼ਾਂ ਜੀ। ਕਿਉਂਕਿ ਸਾਡੀ ਜਿਹੜੀ ਇੰਡੀਅਨ ਡਾਈਟ ਹੈ ਆਪਣੀ ਕੋਈ ਬਹੁਤ ਹੁਣ ਅੱਜ ਕੱਲ੍ਹ ਅੱਛੀ ਨਹੀਂ ਹੈ, ਡਿਊ ਟੂ ਜਿਹੜੀ ਖਾਦਾਂ ਖੁੱਦਾਂ ਪਾਉਂਦੇ ਹੈ ਤੇ ਇਸ ਕਰਕੇ ਪਿਓਰਟੀ ਤਾਂ ਹੈ ਨਹੀਂ, ਤੇ ਫਿਰ ਸਾਨੂੰ ਥੋੜਾ ਜਿਹਾ ਮੈਡੀਸਿਨਸ ਤੇ ਤਾਂ ਮਤਲਬ ਇਹ ਪੂਰੀ ਤਰ੍ਹਾਂ ਸੇਫ ਹੈ ਤੇ ਇਹ ਲੈ ਕੇ ਅਸੀਂ ਹੋਰ ਅੱਛਾ ਮਹਿਸੂਸ ਕਰਦੇ ਹਾਂ। ਆਪਣੇ ਤੁਹਾਡੇ એનર્ਜੀ ਲੈਵਲਸ ਅੱਛੇ ਰਹਿੰਦੇ ਆ, ਤੁਸੀਂ ਅੱਛਾ ਕੰਮ ਕਰ ਲੈਂਦੇ ਹੋ, ਤੁਸੀਂ ਆਪਣੇ ਘਰ ਦੇ ਸਾਰੇ ਕੰਮ ਕਰ ਲੈਂਦੇ ਹੋ, ਔਰ ਫਿਜ਼ੀਕਲੀ ਐਕਟਿਵ ਜਿੰਨਾ ਤੁਸੀਂ ਰਹੋਗੇ ਉਨਾ ਹੀ ਬੈਟਰ ਹੈ ਤੁਹਾਡੇ ਵਾਸਤੇ। ਜੀ ਤੇ ਹੁਣ ਗੱਲ ਕਰਦੇ ਹਾਂ ਕਿ ਪ੍ਰੈਗਨੈਂਸੀ ਦੇ ਵਿੱਚ ਤੁਸੀਂ ਦੱਸਿਆ, ਜਿਸ ਤਰ੍ਹਾਂ ਥੋੜਾ ਜਿਹਾ ਦੱਸਿਆ ਸੀ ਕਿ ਯੋਗਾ ਜਾਂ ਥੋੜੀ ਐਕਸਰਸਾਈਜ਼ ਕਰਦੇ ਆ ਤੇ ਉਹਦੇ ਨਾਲ ਅੱਛਾ ਲੱਗਦਾ ਹੈ ਨਾ, ਫੀਲ ਗੁੱਡ ਹੁੰਦਾ ਹੈ। ਪਰ ਜੇ ਜਿਨ੍ਹਾਂ ਨੂੰ ਆਦਤ ਹੈ, ਜਿੱਦਾਂ ਕੁਝ ਲੇਡੀਜ਼ ਪ੍ਰੈਗਨੈਂਸੀ ਤੋਂ ਪਹਿਲਾਂ ਜਿਮ ਜਾਂਦੀਆਂ ਨੇ, ਤੇ ਤੁਸੀਂ ਕੀ ਰეკਮੈਂਡ ਕਰਦੇ ਹੋ ਕਿ ਜਦੋਂ ਕਨਸੀਵ ਹੋ ਜਾਏ ਤੇ ਫਸਟ ਟ੍ਰਾਈਮੈਸਟਰ ਦੇ ਵਿੱਚ ਜਾਂ ਸੈਕੰਡ ਟ੍ਰਾਈਮੈਸਟਰ ਥੋੜਾ ਜਿਮ ਨੂੰ ਕੰਟੀਨਿਊ ਕਰਨਾ ਚਾਹੀਦਾ ਜਾਂ ਬਿਲਕੁਲ ਕੰਟੀਨਿਊ ਨਹੀਂ ਕਰਨਾ ਚਾਹੀਦਾ? ਉਹਦੇ ਬਗੈਰ ਤੁਸੀਂ ਸੈਰ ਕਰ ਸਕਦੇ ਹੋ ਦਿਨ 'ਚ 2 ਵਾਰ ਜੀ, ਜਾਂ ਯੋਗਾ ਕਲਾਸਿਸ ਜੁਆਇਨ ਕਰ ਸਕਦੇ ਹੋ, ਨਹੀਂ ਤਾਂ ਐਕਸਰਸਾਈਜ਼। ਅਸੀਂ ਪੇਸ਼ੈਂਟਸ ਨੂੰ ਜਨਰਲੀ ਸ਼ਿਵਮ ਦੇ ਵਿੱਚ ਅਸੀਂ ਮੰਥ ਦੇ ਵਿੱਚ 1 ਵਾਰੀ ਐਂਟੀਨੇਟਲ ਐਕਟੀਵਿਟੀ ਕਲਾਸਿਸ ਲਗਾਉਂਦੇ ਆ, ਜਿਹਦੇ ਵਿੱਚ ਸਾਡੇ ਪ੍ਰੈਗਨੈਂਟ ਲੇਡੀਜ਼ ਹੀ ਆਉਂਦੀਆਂ, ਚਾਹੇ ਉਹ ਫਸਟ ਟ੍ਰਾਈਮੈਸਟਰ ਹੈ, ਚਾਹੇ ਸੈਕਿੰਡ ਹੈ, ਚਾਹੇ ਥਰਡ ਹੈ। ਉਹਨਾਂ ਨੂੰ ਅਸੀਂ ਅਲੱਗ-ਅਲੱਗ ਤਰ੍ਹਾਂ ਦੀ ਐਕਸਰਸਾਈਜ਼ਸ ਔਰ ਯੋਗਾ ਪੋਜ਼ਿਸ ਦੱਸਦੇ ਹਾਂ, ਜਿਹੜੀ ਈਜ਼ੀ ਟੂ ਡੂ ਹੈ। ਹਾਂ, ਵੀ ਉਹਦੇ 'ਚ ਕੋਈ ਤੁਹਾਨੂੰ ਉਹ ਨਹੀਂ ਹੈ, ਔਰ ਪੇਸ਼ੈਂਟ ਕਰਦੇ ਹੈ ਤਾਂ ਕਿ 9th ਮੰਥ ਆਉਣ ਤੋਂ ਬਾਅਦ ਉਹਨਾਂ ਦੀ ਨਾਰਮਲ ਡਿਲੀਵਰੀ ਵੱਲ ਜ਼ਿਆਦਾ ਚਾਂਸਿਸ ਹੋ ਜਾਣ, ਜਿਹੜੇ ਨੈਚੁਰਲ ਕਨਸੈਪਸ਼ਨ। ART ਵਾਲੇ ਨਹੀਂ, ART ਵਾਲਿਆਂ ਨੂੰ ਨਹੀਂ ਅਸੀਂ ਰਿਕਮੈਂਡ ਜਿਹੜਾ ਦੱਸਿਆ ਜਾਂਦਾ। ਤੇ ਸਕਿਨ ਤੇ ਵੀ ਕਈ ਤਰ੍ਹਾਂ ਦੇ ਬਦਲਾਵ ਆਉਂਦੇ ਨੇ, ਚੇਂਜਸ ਆਉਂਦੇ ਨੇ। ਇੱਕ ਆਮ ਪ੍ਰੋਬਲਮ ਜਿਹੜੀ ਉਹ ਸਟ੍ਰੈਚ ਮਾਰਕ ਦੀ ਜਿਹੜੀ ਦੇਖਣ ਦੇ ਵਿੱਚ ਆਈ, ਉਹਨੂੰ ਲੈ ਕੇ ਕਾਫੀ ਟੈਨਸ਼ਨ ਰਹਿੰਦੀ ਹੈ ਕਿ ਇਹ ਕਿੱਦਾਂ ਜਾਣਗੇ, ਕਿ ਇਹ ਜਾਂਦੇ ਨੇ ਵਾਕਈ? ਨਹੀਂ, ਸਟ੍ਰੈਚ ਮਾਰਕਸ ਜਨਰਲੀ ਨਹੀਂ ਜਾਂਦੇ, ਕਿਉਂਕਿ ਸਟ੍ਰੈਚ ਮਾਰਕਸ ਉਦੋਂ ਹੀ ਹੁੰਦੇ ਜਦੋਂ ਤੁਹਾਡੇ ਅੰਦਰ ਪ੍ਰੋਟੀਨ ਡੈਫੀਸ਼ੀਐਂਸੀ ਹੁੰਦੀ ਹੈ। ਲੇਡੀਜ਼ ਪ੍ਰੋਟੀਨ ਪਾਊਡਰ ਨਹੀਂ ਲੈਂਦੀਆਂ ਜ਼ਿਆਦਾਤਰ, ਜਾਂ ਡਾਈਟ 'ਚ ਪ੍ਰੋਟੀਨ ਇਨਟੇਕ ਪੂਰਾ ਨਹੀਂ ਲੈਂਦੀਆਂ, ਤਾਂ ਇਹ ਸਟ੍ਰੈਚ ਮਾਰਕਸ ਪੈਂਦੇ ਹੈ। ਹੁਣ ਕਿਸੇ ਪੇਸ਼ੈਂਟ ਦੀ ਜੇ ਡਾਈਟ ਬਹੁਤ ਅੱਛੀ ਹੈ, ਪ੍ਰੋਟੀਨ ਇਨਟੇਕ ਅੱਛੀ, ਉਹਨਾਂ ਦੇ ਸਟ੍ਰੈਚ ਮਾਰਕਸ ਨਹੀਂ ਹੋਣਗੇ। ਔਰ ਜਿਨ੍ਹਾਂ ਦੇ ਜੇ 1 ਵਾਰੀ ਹੋ ਗਏ ਆ ਤੇ ਉਹ ਨਹੀਂ ਵੈਨਿਸ਼ ਹੋਣਗੇ। ਜਿੰਨੀਆਂ ਮਰਜ਼ੀ ਤੁਸੀਂ ਕਰੀਮਸ ਲਗਾ ਲਓ, ਜਿੰਨੀਆਂ ਮਰਜ਼ੀ ਤੁਸੀਂ ਕਰ ਲਓ। ਅੱਛਾ, ਉਹ ਜਿਹੜੇ ਨਹੀਂ ਜਾ ਸਕਦੇ। ਪ੍ਰੋਟੀਨ ਇਨਟੇਕ ਇਨ ਪ੍ਰੈਗਨੈਂਸੀ ਇਜ਼ ਵੈਰੀ ਇੰਪੋਰਟੈਂਟ, ਐਂਡ ਕੈਲਸ਼ੀਅਮ ਇਨਟੇਕ, ਮਤਲਬ ਤਿੰਨੋਂ ਹੀ ਚੀਜ਼ਾਂ ਇੰਪੋਰਟੈਂਟ ਹੈ, ਆਇਰਨ ਵੀ, ਕੈਲਸ਼ੀਅਮ ਵੀ, ਪ੍ਰੋਟੀਨ ਵੀ। ਜੀ, ਇਹ ਜਿਹੜੇ ਪ੍ਰੋਟੀਨ ਪਾਊਡਰਸ ਬਣੇ ਸਿਰਫ ਇਸੇ ਕਰਕੇ ਹੀ ਬਣੇ ਆ। ਜਾਂ ਫਿਰ ਤੁਹਾਡੀ ਡਾਈਟ ਦੇ ਵਿੱਚ ਪਨੀਰ, ਔਰ ਤੁਸੀਂ ਅਗਰ ਨਾਨ ਵੈਜ ਲੈਂਦੇ ਹੋ ਤਾਂ ਨਾਨ ਵੈਜ, ਐਗ ਲੈਂਦੇ ਹੋ ਤਾਂ ਐਗ ਜਾਂ ਨਟਸ, ਮਤਲਬ ਪ੍ਰੋਟੀਨ ਇਨਟੇਕ ਜਿੰਨੀ ਕੁਆਂਟੀਟੀ ਤੁਹਾਨੂੰ ਚਾਹੀਦੀ ਉਨੀ ਲਓ ਤੇ ਫਿਰ ਸਟ੍ਰੈਚ ਮਾਰਕਸ ਨਹੀਂ ਆਉਣਗੇ। ਤੇ ਇਸੇ ਤਰ੍ਹਾਂ ਪਿਗਮੈਂਟੇਸ਼ਨ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ, ਸੇਮ ਐਸੋਸੀਏਟਡ ਵਿਦ ਪ੍ਰੋਟੀਨ। ਅੱਛਾ, ਉਹ ਵੀ ਜੇ 1 ਵਾਰੀ ਹੋ ਜਾਣ ਤੇ ਨਹੀਂ ਜਾਂਦੇ, ਕਿਉਂਕਿ ਜਿੱਦਾਂ ਮਾਰਕੀਟ ਦੇ ਵਿੱਚ ਜਾਂ ਕਈ ਤਰ੍ਹਾਂ ਐਡਸ ਅਸੀਂ ਦੇਖਦੇ ਹਾਂ ਜਿਹੜੇ ਦਾਵਾ ਕਰਦੇ ਨੇ ਕਿ ਇਹ ਲਗਾਉਣ ਤੋਂ ਬਾਅਦ ਵੈਨਿਸ਼ ਹੋ ਜਾਣਗੇ। ਨਹੀਂ,
19-21 ਫਰਕ ਪੈਂਦਾ ਬਹੁਤਾ ਜ਼ਿਆਦਾ। ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਇਚਿੰਗ ਦੀ ਪ੍ਰੋਬਲਮ ਵੀ ਕਈਆਂ ਨੂੰ ਮੈਂ ਸੁਣਿਆ ਇਚਿੰਗ ਬਹੁਤ ਹੁੰਦੀ ਹੈ। ਮੈਮ ਤਾਂ ਹੁੰਦੀ ਹੈ ਜਦੋਂ ਲੀਵਰ ਕੋਲਿਸਟੇਸਿਸ ਇੱਕ ਵਰਡ ਹੁੰਦਾ, ਜਦੋਂ ਲੀਵਰ ਆਪਣੇ ਐਂਜ਼ਾਈਮਸ ਜ਼ਿਆਦਾ ਸਿਕਰੀਟ ਕਰਨਾ ਸ਼ੁਰੂ ਕਰ ਦਿੰਦਾ ਪ੍ਰੈਗਨੈਂਸੀ ਦੇ ਵਿੱਚ, ਤਾਂ ਇਚਿੰਗ ਹੁੰਦੀ ਹੈ। ਉਹਦੇ ਵਾਸਤੇ ਫਿਰ ਲੀਵਰ ਦੇ ਟੈਸਟ ਕਰਵਾ ਕੇ ਅਸੀਂ ਪੇਸ਼ੈਂਟ ਨੂੰ ਮੈਡੀਸਿਨ ਪਾ ਦਿੰਦੇ ਆ, ਉਹਦੇ ਨਾਲ ਉਹ ਠੀਕ ਹੋ ਜਾਂਦੀ ਹੈ ਜੀ। ਤੇ ਜਿਸ ਤਰ੍ਹਾਂ ਨਾਰਮਲ ਜਿਹਦੀ ਪ੍ਰੈਗਨੈਂਸੀ ਹੈ, ਜਿਹਦੀ ਹਾਈ ਰਿਸਕ ਪ੍ਰੈਗਨੈਂਸੀ ਹੈ, ਜੇ ਗੱਲ ਸਕੈਨਿੰਗਸ ਦੀ ਕਰੀਏ ਤੇ ਨਾਰਮਲ ਪ੍ਰੈਗਨੈਂਸੀ ਦੇ ਵਿੱਚ ਕਦੋਂ ਸਕੈਨਿੰਗ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਕੀ ਹਾਈ ਰਿਸਕ ਪ੍ਰੈਗਨੈਂਸੀ ਦੇ ਵਿੱਚ ਇਹਦੀ ਜ਼ਿਆਦਾ ਲੋੜ ਪੈਂਦੀ ਹੈ? ਮੈਮ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਅਲਟਰਾਸਾਊਂਡ ਸਕੈਨਸ ਹੈ ਦੇ ਆਰ ਐਬਸੋਲੂਟਲੀ safe for the pregnancy, ਚਾਹੇ ਉਹ ਨਾਰਮਲ ਪ੍ਰੈਗਨੈਂਸੀ ਹੈ ਚਾਹੇ ਉਹ ART ਪ੍ਰੈਗਨੈਂਸੀ ਹੈ। ART ਪ੍ਰੈਗਨੈਂਸੀ ਦੇ ਵਿੱਚ ਥੋੜਾ ਜਿਹਾ ਇਹ ਹੁੰਦਾ ਹੈ ਕਿ ਸਾਨੂੰ ਫਸਟ ਟ੍ਰਾਈਮੈਸਟਰ ਤੋਂ ਬਾਅਦ ਮੰਥਲੀ ਕਰਵਾਉਣੀ ਪੈਂਦੀ ਹੈ, ਲੇਕਿਨ ਜਿਹੜੀ ਨਾਰਮਲ ਪ੍ਰੈਗਨੈਂਸੀ ਤੇ ਉਹਦੇ ਚ ਅੱਜ ਕੱਲ 6 ਸਕੈਨਸ ਆਰ ਰਿਕਮੈਂਡਡ। 6 ਹੋਣੀਆਂ ਹੀ ਹੋਣੀਆਂ। ਫਸਟ ਇਜ਼ ਐਟ 6 ਵੀਕਸ, ਜਦੋਂ ਤੁਹਾਡੇ ਬੱਚਾ ਦੇਖਣਾ ਹੈ ਕਿ ਇੰਟਰਾਯੂਟਰਾਈਨ ਹੈ ਤੇ ਹਾਰਟ ਬੀਟ ਹੈ। ਸੈਕਿੰਡ ਇਜ਼ ਐਟ 11 ਵੀਕਸ, ਜਦੋਂ ਉਹਦੀ ਐਂਟੀ ਸਕੈਨ ਹੁੰਦੀ ਜਿਹੜੀ ਸਪੈਸ਼ਲ ਲੈਵਲ 1, ਦੈਨ ਲੈਵਲ 2 ਐਟ 18 ਵੀਕਸ, ਦੈਨ 30 ਵੀਕਸ ਤੇ ਨਾਰਮਲ ਸਕੈਨ, ਦੈਨ ਲਾਸਟ ਇਜ਼ ਲੈਵਲ 3 ਕਲਰ ਡੋਪਲਰ ਜਿਹੜਾ 36 ਤੇ, ਤਾਂ ਕਿ ਡਿਲੀਵਰੀ ਦਾ ਡਿਸਾਈਡ ਹੋਏ ਕਿ ਕਿਸ ਤਰਫ ਜਾਣਾ ਹੈ। ਸਕੈਨਸ ਆਰ ਐਬਸੋਲੂਟਲੀ ਸੇਫ, ਚਾਹੇ ਤੁਸੀਂ 9 ਮੰਥਸ ਡੇਲੀ ਸਕੈਨ ਇੱਕ ਵਾਰੀ ਕਰਾ ਲਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਕੋਈ ਫਰਕ ਜਿਹੜਾ ਨਹੀਂ ਪੈਂਦਾ। ਆਮ ਤੌਰ ਤੇ ਕਈਆਂ ਦੇ ਮਿਥ ਹੈ ਨਾ, ਮਿਥ ਹੈ ਜੀ ਕਿ ਜ਼ਿਆਦਾ ਸਕੈਨਿੰਗ ਕਰਾਉਣ ਦੇ ਨਾਲ ਰੇਜ਼ ਪੈਂਦੀਆਂ ਬੱਚੇ ਤੇ। ਐਕਸ-ਰੇਜ਼ ਨਹੀਂ ਕਰਵਾਉਣੇ ਚਾਹੀਦੇ, ਸਕੈਨਸ ਆਰ ਐਬਸੋਲੂਟਲੀ ਸੇਫ ਜੀ। ਤੇ ਜੇ ਕਿਸੇ ਨੂੰ ਦੰਦਾਂ ਦੇ ਵਿੱਚ ਪ੍ਰੈਗਨੈਂਸੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਜਿੱਦਾਂ ਮਸੂੜਿਆਂ ਦੇ ਵਿੱਚ ਬਲੀਡਿੰਗ ਹੋਣਾ ਜਾਂ ਫਿਰ ਹੋਰ ਕੋਈ ਰੂਟ ਕਨਾਲ ਵਗੈਰਾ ਕਰਾਣੀ ਪੈ ਜਾਏ, ਤੇ ਫਿਰ ਉਹ ਐਕਸ-ਰੇ ਵਗੈਰਾ ਰეკਮੈਂਡ ਕਰਦੇ ਆ ਮੈਮ? ਉਹ ਹਾਂਜੀ ਲੈਡ ਲਗਾ ਕੇ ਅਸੀਂ ਵੈਸੇ ਤਾਂ ਉਹਨਾਂ ਨੂੰ ਡੈਂਟਿਸਟ ਕੋਲ ਹੀ ਰეკਮੈਂਡ ਭੇਜ ਦਈਦਾ, ਪਰ ਉਹ ਐਕਸ-ਰੇ ਲੈਡ ਸ਼ੀਟ ਲਗਾ ਕੇ ਤੁਹਾਡਾ ਕਰ ਸਕਦੇ ਆ ਔਰ ਸੇਫਰ ਐਂਟੀਬਾਇਓਟਿਕਸ ਦਿੰਦੇ ਆ, ਕੋਈ ਪ੍ਰੋਬਲਮ ਉਹਦੇ ਵਿੱਚ। ਉਹਨਾਂ ਨੂੰ ਤੁਸੀਂ ਦੱਸ ਦਿਓ ਕਿ ਅਸੀਂ ਇੰਨੇ ਮੰਥ ਦੀ ਪ੍ਰੈਗਨੈਂਸੀ ਹੈ ਸਾਡੀ। ਜੀ ਜੀ। ਤੇ ਡਾਕਟਰ ਸਾਹਿਬ ਜੇ ਗੱਲ ਹੁਣ ਇਹ ਕਰਦੇ ਆ ਕਿ ਪ੍ਰੈਗਨੈਂਸੀ ਦੇ ਵਿੱਚ weight ਜਿਹੜਾ ਹੈ ਉਹ ਕਈਆਂ ਦਾ ਬਹੁਤ ਜ਼ਿਆਦਾ ਐਕਸਟਰਾ ਵੱਧ ਜਾਂਦਾ ਹੈ, ਕਿ ਇੰਨਾ ਜ਼ਿਆਦਾ ਵਜ਼ਨ ਵਧਣਾ ਵੀ ਹਾਈ ਰਿਸਕ ਦੇ ਵਿੱਚ ਆ ਜਾਂਦਾ? ਯੈਸ ਮੈਮ, ਹਾਈ ਰਿਸਕ ਦੇ ਵਿੱਚ ਹੀ ਆ ਜਾਂਦਾ ਜਦੋਂ ਆਪਾਂ weight ਦੇਖੋ। ਜਨਰਲੀ ਜਿਹੜਾ weight gain ਹੈ ਪ੍ਰੈਗਨੈਂਸੀ 9 ਮੰਥਸ ਦੇ ਵਿੱਚ ਅਸੀਂ 10 to 15 kgs ਕਹਿੰਦੇ ਆ ਕਿ ਇਸ ਤੋਂ ਜ਼ਿਆਦਾ ਨਹੀਂ ਵਧਾਉਣਾ ਤੁਸੀਂ। ਤੇ ਜੇ ਵੱਧਦਾ ਹੈ ਤੇ ਫਿਰ ਉਹਨਾਂ ਦਾ ਉਹੀ ਸ਼ੂਗਰ ਚੈੱਕ, GCT ਚੈੱਕ, ਉਹਨਾਂ ਦੀ ਡਾਈਟ 'ਚ ਜ਼ਰੂਰ ਕਿਤੇ ਨਾ ਕਿਤੇ ਇਨਟੇਕ ਆਫ ਸ਼ੂਗਰ ਇਜ਼ ਮੋਰ ਹੋਏਗਾ। ਜਾਂ ਤਾਂ ਪੇਸ਼ੈਂਟ ਜੂਸਿਸ ਬਹੁਤ ਲੈ ਰਿਹਾ ਹੋਏਗਾ, ਜਾਂ ਪੇਸ਼ੈਂਟ ਰਾਈਸ ਬਹੁਤ ਖਾ ਰਿਹਾ ਹੋਏਗਾ, ਪੋਟੈਟੋਜ਼ ਬਹੁਤ ਖਾ ਰਿਹਾ ਹੋਏਗਾ, ਔਰ ਬੇਕਰੀ ਆਈਟਮਸ ਬਹੁਤ ਕਈ ਲੋਕ ਖਾਂਦੇ ਆ ਨਾ ਕਿ ਸਾਨੂੰ ਹਰ ਚੀਜ਼ ਦੇ ਨਾਲ ਭੁਜੀਆ ਚਾਹੀਦਾ ਹੈ ਜਾਂ ਇਹ ਚਾਹੀਦਾ, ਮਤਲਬ ਇਹ ਚੀਜ਼ਾਂ ਜ਼ਰੂਰ ਹੋਣਗੀਆਂ। ਮਤਲਬ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਸਾਨੂੰ ਪੁੱਛ ਕੇ ਡਾਈਟਸ ਕੱਢਣੀਆਂ ਪੈਂਦੀਆਂ, ਫਿਰ ਉਹਨਾਂ ਦੀ ਕੱਟ ਆਫ ਕਰਾਉਣੀ ਪੈਂਦੀ। ਮੋਰ weight gain ਇਜ਼ ਹਾਈ ਰਿਸਕ ਆਫ ਪ੍ਰੈਗਨੈਂਸੀ, ਕਿਉਂਕਿ ਉਹਦੇ ਨਾਲ weight gain ਦੇ ਨਾਲ ਡਾਇਆਫ੍ਰਾਮ ਸਾਡਾ ਜਿਹੜਾ ਉਹਨੂੰ ਮਤਲਬ ਬਰੀਦਿੰਗ 'ਚ ਵੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ, ਔਰ ਫਿਰ ਪੇਸ਼ੈਂਟ ਡਾਇਬਟਿਕ ਤਾਂ ਹੋ ਹੀ ਜਾਂਦਾ ਹੈ, ਹਾਈਪਰਟੈਂਸਿਵ ਵੀ ਨਾਲ ਹੋ ਜਾਂਦਾ ਹੈ ਜੀ। ਫਿਰ ਉਹ ਡਬਲ ਕੇ ਟ੍ਰਿਪਲ ਹਾਈ ਰਿਸਕ ਤੇ ਪਹੁੰਚ ਜਾਂਦਾ ਪੇਸ਼ੈਂਟ। ਇਸ ਲਈ weight gain ਇੱਕ ਜਿੰਨਾ ਤੁਹਾਨੂੰ ਚਾਹੀਦਾ ਹੈ 10 to 15 kgs ਇਜ਼ ਐਨਫ ਜੀ। ਮਤਲਬ 10 ਤੋਂ 15 ਕਿਲੋ ਜਿਹੜਾ ਵਜ਼ਨ ਵਧਣਾ ਚਾਹੀਦਾ। ਤੇ ਕਈ ਜਿਹੜੇ ਪੇਸ਼ੈਂਟ ਹੈ ਜੇ ਉਹਨਾਂ ਦਾ ਬਿਲਕੁਲ ਵਜ਼ਨ ਨਹੀਂ ਵੱਧ ਰਿਹਾ, ਨਹੀਂ ਵੱਧ ਰਿਹਾ ਜੇ 5th ਜਾਂ 6th ਮੰਥ ਤੋਂ ਬਾਅਦ, ਤੇ ਉਹ ਵੀ ਹਾਈ ਰਿਸਕ ਦੇ ਵਿੱਚ ਤੁਸੀਂ ਲੈਂਦੇ ਹੋ? ਕੁਝ ਸਪੈਸ਼ਲ ਟੈਸਟ ਹੁੰਦੇ? ਤਾਂ ਨਹੀਂ ਲੈਂਦੇ, ਪਰ ਉਹਨੂੰ ਅਸੀਂ ਫਿਰ ਅਲਟਰਾਸਾਊਂਡ ਵਗੈਰਾ ਕਰਵਾ ਕੇ ਦੇਖਦੇ ਕਿ ਜੇ ਬੇਬੀ ਉਹਦਾ ਠੀਕ ਗਰੋਥ ਕਰ ਰਿਹਾ ਫਿਰ ਕੋਈ ਸਾਨੂੰ ਪ੍ਰੋਬਲਮ ਨਹੀਂ ਹੈ। ਹੁਣ ਕਈ ਪੇਸ਼ੈਂਟਸ ਦਾ ਟੋਟਲ 7-8 ਕਿਲੋ ਹੀ ਵੱਧਦਾ ਪੂਰੀ ਪ੍ਰੈਗਨੈਂਸੀ ਦੇ ਵਿੱਚ, ਫਿਰ ਉਹਨਾਂ ਨੂੰ ਡਾਈਟ ਮੋਟੀਵੇਸ਼ਨ ਹੀ ਜ਼ਿਆਦਾ ਹੁੰਦੀ ਹੈ ਕਿ ਤੁਸੀਂ ਆਪਣੀ ਡਾਈਟ ਇਨਟੇਕ ਥੋੜੀ ਅੱਛੀ ਕਰੋ, ਵੀ ਇਹ ਚੀਜ਼ਾਂ ਐਡ ਕਰੋ ਤਾਂ ਕਿ ਤੁਹਾਡਾ ਆਪਣਾ weight ਵਧੇ ਥੋੜਾ। ਨਹੀਂ ਤਾਂ ਇਨਫੈਕਸ਼ਨਸ ਥੋੜੀਆਂ ਜੀਆਂ ਦਿਖਣੀਆਂ ਪੈਂਦੀਆਂ ਪ੍ਰੈਗਨੈਂਸੀ 'ਚ, ਵੀ ਕੋਈ ਇਨਫੈਕਸ਼ਨ ਤਾਂ ਨਹੀਂ ਹੈ ਕਿ ਜਿਹਦੇ ਕਰਕੇ ਪੇਸ਼ੈਂਟ ਦਾ weight ਨਹੀਂ ਇਨਕਰੀਜ਼ ਹੋ ਰਿਹਾ। ਜੀ ਜੀ, ਮਤਲਬ ਇਹ 2-4 ਚੀਜ਼ਾਂ ਦੇ ਨਾਲ ਹੀ ਹੋ ਜਾਂਦਾ ਬਿਲਕੁਲ। ਤੇ ਹਾਈ ਰਿਸਕ ਪ੍ਰੈਗਨੈਂਸੀਜ਼ ਦੇ ਵਿੱਚ ਵੀ ਜੇ ਪੂਰੀ ਤਰ੍ਹਾਂ ਕੇਅਰ ਕੀਤੀ ਜਾਵੇ ਤਾਂ ਪੇਸ਼ੈਂਟ ਜਿਹੜਾ ਹੈ ਉਹ ਇੱਕ ਹੈਲਦੀ ਈਜ਼ੀਲੀ ਟਰਮ ਤੱਕ ਜਾ ਕੇ ਆਪਣਾ ਬੇਬੀ ਡਿਲੀਵਰ ਕਰ ਸਕਦੇ ਹੈ ਜੀ। ਤੇ ਡਾਕਟਰ ਸਾਹਿਬ ਤੁਸੀਂ ਹਾਈ ਰਿਸਕ ਪ੍ਰੈਗਨੈਂਸੀ ਨੂੰ ਲੈ ਕੇ ਬਹੁਤ ਕੁਝ ਸਾਨੂੰ ਦੱਸਿਆ, ਪ੍ਰੈਗਨੈਂਸੀ ਕੇਅਰ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਹੁਣ ਜਾਂਦੇ ਕੋਈ ਮੈਸੇਜ ਜ਼ਰੂਰ ਤੁਸੀਂ ਦਰਸ਼ਕਾਂ ਨੂੰ ਦਿਓ। ਮੈਮ ਮੈਸੇਜ ਮੇਰਾ ਇਹੀ ਹੈ ਕਿ ਜਿਹੜੀ ਵੂਮਨਸ ਹੈਲਥ ਹੈ ਦੈਟ ਸ਼ੁੱਡ ਬੀ ਦਾ ਫਸਟ ਪ੍ਰਾਇੋਰਟੀ ਇਨ ਦਾ ਹਾਊਸ। ਠੀਕ ਹੈ, ਜੇ ਤੁਹਾਡੇ ਘਰ ਦੀ ਲੇਡੀ ਹੀ ਹੈਲਦੀ ਨਹੀਂ ਹੈ ਤੇ ਫੈਮਿਲੀ ਨੂੰ ਕਿੱਦਾਂ ਉਹ ਸਪੋਰਟ ਕਰੇਗੀ? ਤੇ ਲੇਡੀਜ਼ ਹੈਲਥ ਜਾਂ ਵੂਮਨਸ ਹੈਲਥ ਇਜ਼ ਦਾ ਫਸਟ ਪ੍ਰਾਇੋਰਟੀ। ਲੇਡੀ ਨੂੰ ਸਾਲ ਬਾਅਦ ਮਤਲਬ ਆਪਣੇ ਹਸਬੈਂਡ ਨੂੰ ਜ਼ਰੂਰ ਮਤਲਬ ਹਸਪੀਟਲ ਇੱਕ ਵਾਰੀ ਚੈੱਕਅਪ ਵਾਸਤੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਕਿ ਤੁਸੀਂ ਮੇਰਾ ਚੈੱਕਅਪ ਕਰਾਓ। ਠੀਕ ਹੈ ਨਾ, ਕੋਈ ਠੀਕ ਹੈ ਡਿਜ਼ੀਜ਼ ਨਿਕਲਦੀ ਹੈ ਤਾਂ ਉਹ ਅਰਲੀ ਡਾਇਗਨੋਜ਼ ਹੋ ਜਾਂਦੀ ਹੈ ਤੇ ਉਹਦੇ ਨਾਲ ਸਾਡਾ ਲਾਈਨ ਆਫ ਟਰੀਟਮੈਂਟ ਬਹੁਤ ਈਜ਼ੀ ਔਰ ਆਸਾਨ ਹੋ ਜਾਂਦਾ ਹੈ।
ਕੱਲ ਪਰਸੋਂ ਦੀ ਗੱਲ ਹੈ, ਮੇਰੇ ਕੋਲ ਇੱਕ ਲੇਡੀ ਆਈ ਸੀ ਓਪੀਡੀ ਦੇ ਵਿੱਚ, ਸ਼ੀ ਇਜ਼ 54 ਈਅਰ ਓਲਡ, ਬੜੇ ਬੜੇ ਉਹਦੇ ਬੱਚੇ ਸੀ, ਮੈਰਿਡ ਸੀ ਔਰ 4 ਸਾਲ ਦੀ ਮੀਨੋਪੌਜ਼ ਸੀ। 2 ਸਾਲ ਤੋਂ ਲੇਡੀ ਆਫ ਐਂਡ ਔਨ ਬਲੀਡ ਕਰ ਰਹੀ ਸੀ, ਬਟ ਉਹਨੇ ਬੋਦਰ ਨਹੀਂ ਕੀਤਾ। ਜਦੋਂ ਮੈਂ ਉਹਨੂੰ ਐਗਜ਼ਾਮਿਨ ਕੀਤਾ, ਕੈਨ ਯੂ ਇਮੈਜਿਨ, ਸ਼ੀ ਹੈਜ਼ ਅ ਹਿਊਜ ਗਰੋਥ ਔਨ ਹਰ ਸਰਵਿਕਸ ਐਂਡ ਫਾਊਲ ਸਮੈਲਿੰਗ ਡਿਸਚਾਰਜ। ਆਈ ਵਾਜ਼ ਵੰਡਰਡ। ਫਿਰ ਮੈਂ ਉਹਦੇ ਟੈਸਟ ਲਏ, ਉਹਨਾਂ ਨੂੰ ਭੇਜਿਆ। ਹੁਣ ਟੈਸਟਾਂ ਦੀ ਰਿਪੋਰਟ ਦੀ ਵੇਟ ਹੋ ਰਹੀ ਹੈ। ਜੇ ਕੁਝ ਸਸਪੀਸ਼ਨ, ਮੋਸਟ ਪ੍ਰੋਬਬਲੀ ਤਾਂ ਸਸਪੀਸ਼ਨ ਹੀ ਹੈ, ਸਸਪੀਸ਼ਨ ਆਣੀ ਹੈ ਔਰ ਲਾਈਨ ਆਫ ਟ੍ਰੀਟਮੈਂਟ ਹੀ ਬਦਲ ਜਾਣਾ। ਫਿਰ ਉਸ ਟਾਈਮ ਫੈਮਿਲੀ ਦੀ ਸਪੋਰਟ, ਇਹੀ ਜੇ ਲੇਡੀ ਫਸਟ ਟਾਈਮ ਜਦੋਂ ਸਪੌਟਿੰਗ ਹੋਈ ਸੀ ਆ ਜਾਂਦੀ ਤਾਂ ਉਹਦਾ ਲਾਈਨ ਆਫ ਟ੍ਰੀਟਮੈਂਟ ਹੀ ਹੋਰ ਹੋ ਜਾਣਾ ਸੀ, ਤੇ ਹੁਣ ਉਹ ਓਨੀ ਪਿੱਛੇ ਚਲੀ ਗਈ ਆਪਣੇ ਟ੍ਰੀਟਮੈਂਟ ਦੇ ਵਿੱਚ। ਜੀ ਠੀਕ ਹੈ, ਉਹਨੇ ਹਾਈ ਰਿਸਕ ਤੇ ਪਹੁੰਚ ਗਈ ਲੇਡੀ। ਬਿਲਕੁਲ ਬਿਲਕੁਲ। ਤੁਹਾਨੂੰ ਜੇ ਬ੍ਰੈਸਟ ਦੇ ਵਿੱਚ ਕੋਈ ਗਿਲਟੀ ਹੁੰਦੀ ਹੈ ਜਾਂ ਤੁਹਾਨੂੰ ਕੋਈ ਪੇਨ ਹੈ ਜਾਂ ਕੁਛ ਵੀ ਮਤਲਬ ਡਿਸਚਾਰਜ ਹੈ, ਫਾਊਲ ਸਮੈਲਿੰਗ ਡਿਸਚਾਰਜ ਹੈ, ਆਲਵੇਜ਼ ਗੋ ਟੂ ਅ ਗਾਇਨਾਕੋਲੋਜਿਸਟ। ਕਦੀ ਵੀ ਸੈਲਫ ਟ੍ਰੀਟਮੈਂਟ ਨਾ ਕਰੋ ਕਿ ਮੇਰੀ ਫਰੈਂਡ ਨੇ ਆ ਮੈਡੀਸਿਨ ਖਾਧੀ ਸੀ ਜਾਂ ਮੈਂ ਲੋਕਲ ਕੈਮਿਸਟ ਤੋਂ ਲੈ ਕੇ ਮੈਂ ਖਾ ਲਾਂ, ਮੈਂ ਠੀਕ ਹੋ ਜਾਊਂਗੀ। ਨੋ ਵੇ। ਇੱਕ ਓਪੀਡੀ ਸਲਿੱਪ ਹੀ ਬਣਨੀ ਹੈ ਨਾ, ਐਟਲੀਸਟ ਤੁਹਾਡਾ ਇੱਕ ਪੂਰਾ ਚੈੱਕਅਪ ਹੋ ਜਾਂਦਾ ਤਾਂ ਤੁਸੀਂ ਟੈਨਸ਼ਨ ਫਰੀ ਹੋ ਜਾਂਦੇ ਹੋ ਘੱਟੋ ਘੱਟ। ਮਤਲਬ ਕਿਸੇ ਵੀ ਸਮੱਸਿਆ ਨੂੰ ਤੁਸੀਂ ਇਗਨੋਰ ਨਾ ਕਰੋ, ਚਾਹੇ ਉਹ ਇਨਫਰਟਿਲਿਟੀ ਹੈ, ਚਾਹੇ ਉਹ ਪ੍ਰੈਗਨੈਂਸੀ ਹੈ, ਚਾਹੇ ਉਹ ਐਲਡਰਲੀ ਤੁਸੀਂ ਏਜ ਦੇ ਵਿੱਚ ਹੈਗੇ ਹੋ, ਜਾਂ ਤੁਹਾਨੂੰ ਡਾਇਬਟੀਜ਼ ਹੈ, ਮਤਲਬ ਕੋਈ ਵੀ ਪ੍ਰੋਬਲਮ ਹੈ, ਆਲਵੇਜ਼ ਗੋ ਟੂ ਅ ਸਪੈਸ਼ਲਿਸਟ ਡਾਕਟਰ। ਜੀ, ਡਾਕਟਰ ਕੋਲ ਜਾ ਕੇ ਬਿਲਕੁਲ ਠੀਕ ਸਲਾਹ ਸਾਨੂੰ ਲੈਣੀ ਚਾਹੀਦੀ ਹੈ। ਅਪਰੋਚ ਫॉर द ਰਾਈਟ ਟ੍ਰੀਟਮੈਂਟ ਤੁਹਾਨੂੰ ਉੱਥੋਂ ਹੀ ਮਿਲੇਗੀ, ਬਸ਼ਰਤ ਨਾ ਕਿ ਇੱਧਰੋਂ ਉੱਧਰੋਂ। ਬਿਲਕੁਲ ਠੀਕ ਗੱਲ ਹੈ। ਤੁਸੀਂ ਸਟੂਡੀਓ ਦੇ ਵਿੱਚ ਆਏ ਡਾਕਟਰ ਸੁਗੰਧਾ ਭਾਟੀਆ ਜੀ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਮ, ਥੈਂਕ ਯੂ ਸੋ ਮਚ ਫॉर द ਇਨਵਾਈਟ।